ਵੈਲਕਮ ਟੂ ਸੀਬੀਸੀ ਆਨਲਾਈਨ ਕਲਾਸਿਸ ऑफिशियली यूट्यूब चैनल ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਆਓ ਜੀ ਅਸੀਂ ਅੱਜ 12 ਤਰੀਕ ਦੇ ਕਰੰਟ ਅਫੇਅਰ ਤੇ ਇਹਦੇ ਵਿੱਚ ਹੀ 11 ਤਰੀਕ ਦੇ ਜਿਹੜੇ ਕਰੰਟ ਅਫੇਅਰ ਸੀਗੇ ਜਿਹੜੀ ਕਲਾਸ ਕੱਲ ਨਹੀਂ ਹੋਈ ਤੇ ਉਸ ਦੇ ਵੀ ਕਰੰਟ ਅਫੇਅਰ ਮੈਂ ਇਸ ਦੋਨੇ ਕਲਾਸਾਂ ਦੇ ਕਰੰਟ ਅਫੇਅਰ ਅੱਜ ਦੇ ਕਲਾਸ ਦੇ ਵਿੱਚ ਡਿਸਕਸ ਕਰੂੰਗਾ। ਮੈਂ ਤੁਹਾਡਾ ਆਪਣਾ ਰਵੀ ਸਰ ਸੀਬੀਸੀ ਅਬੋਹਰ ਤੋਂ। ਤਾਂ ਜੋ ਸਟੂਡੈਂਟ ਇਸ ਚੈਨਲ ਦੇ ਉੱਪਰ ਪਹਿਲੀ ਵਾਰੀ ਇਸ ਵੀਡੀਓ ਨੂੰ ਵੇਖ ਰਹੇ ਨੇ, ਪਲੀਜ਼ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਤੁਸੀਂ ਲਾਈਕ ਕਰਕੇ ਜਿਹੜਾ ਹੌਸਲਾ ਅਫਜ਼ਾਈ ਜ਼ਰੂਰ ਕਰਨਾ ਤੇ ਇਸ ਚੈਨਲ ਨੂੰ ਸਬਸਕ੍ਰਾइब भी जरूर कर देना ताकि इसे तरह की जी वीडियोज़ ने तुहानूं मिलदियां रहन। बैल आइकन का बटन तुहाडे नाल ही होवेगा, उत्थे जाके तुसीं इसनूं क्लिक कर दो ताकि तुहाडे कोल नोटिफिकेशन पहुँच जाएगा जदों भी क्लास पवेगी। तो आओ जी असीं अपनी क्लास नूं स्टार्ट करिए। ये मैं तुहानूं दस ही चुकिया कि दोनों क्लासां दे जिहड़े करंट अफेयर ने इसे क्लास दे विच मैं कंटिन्यू करूँगा। ਤੁਹਾਨੂੰ ਸਭ ਨੂੰ ਪਤਾ ਹੈ ਜੀ ਸੀਬੀਸੀ ਦੇ ਵੱਲੋਂ ਆਨਲਾਈਨ ਕਲਾਸਿਸ ਜਿਹੜੀਆਂ ਪਲੇਟਫਾਰਮ ਦੇ ਉੱਪਰ ਆਨਲਾਈਨ ਕਲਾਸਿਸ ਚਲਾਈ ਜਾ ਰਹੀਆਂ ਨੇ, ਪੇਡ ਕਲਾਸਿਸ ਨੇ। ਇਹਦੇ ਵਿੱਚ ਤੁਸੀਂ ਘਰ ਬੈਠੇ ਪੰਜਾਬ ਪਟਵਾਰੀ ਦੀ ਤਿਆਰੀ ਕਰ ਸਕਦੇ ਹੋ। ਕਿਸੇ ਵੀ ਪੇਪਰ ਦੀ ਤਿਆਰੀ ਕਰਨੀ ਹੋਵੇ ਤੇ ਇਹ ਸਾਡਾ ਪੰਜਾਬ ਪਟਵਾਰੀ ਦਾ ਜਿਹੜਾ 3rd ਬੈਚ ਚੱਲ ਰਿਹਾ ਆਨਲਾਈਨ ਤੇ 15 ਤਰੀਕ ਤੋਂ ਕਲਾਸਾਂ ਆਫਲਾਈਨ ਵੀ ਸਟਾਰਟ ਨੇ ਤੇ ਉਸ ਦੇ ਵਿੱਚ ਤੁਸੀਂ ਐਨਰੋਲ ਕਰ ਸਕਦੇ ਹੋ। ਦਿੱਤੇ ਹੋਏ ਨੰਬਰਾਂ ਦੇ ਉੱਪਰ ਜਾ ਕੇ ਤੁਸੀਂ ਇਹਦੀ ਬਥੇਰੇ ਜਾਣਕਾਰੀ ਵੀ ਲੈ ਸਕਦੇ ਹੋ। ਤੇ ਉਸ ਤੋਂ ਬਾਅਦ ਪਹਿਲਾ ਕੁਐਸਚਨ ਆਪਾਂ ਡਿਸਕਸ ਕਰੀਏ ਤਾਂ ਪਹਿਲਾ ਕੁਐਸਚਨ ਇਹ ਹੈਗਾ ਜੀ कि म्यूनसिपल कॉरपोरेशन ऑफ द ग्रेटर मुंबई जी MCG है, इसने कोलैबोरेशन की है गूगल्स मैप गूगल्स दे नाल इन्हें एप्लीकेशन इहदे नाल कोलैबोरेशन की है जिस दे विच की है जी कंटैमीनेट जिहड़े जोन हुंदे ने जिहड़े कोविड-19 दे विच बनाए गए सी जिथे बहुते ज़्यादा केस आउंदे ने जिहड़े हॉटस्पॉट ने ਉਹਨਾਂ ਦਾ ਮੈਪ ਸਿਟੀ ਦੇ ਵਿੱਚ ਬਣਾਉਣ ਵਾਸਤੇ ਉਹਨਾਂ ਦਾ ਪ੍ਰੋਪਰ ਤਰੀਕੇ ਨਾਲ ਮੈਪ ਬਣਾਉਣ ਵਾਸਤੇ ਸਿਟੀ ਦੇ ਵਿੱਚ ਕੰਡੀਸ਼ਨ ਵੇਖਣ ਵਾਸਤੇ ਕਿ ਟੈਕਨੋਲੋਜੀ ਦਾ ਯੂਜ਼ ਕਰਕੇ ਉਹਨਾਂ ਨੂੰ ਸਪੈਸ਼ਲ ਮਾਰਕ ਕਰ ਦਿੱਤਾ ਜਾਏਗਾ ਕਿ ਇਹ ਕੰਟੈਮੀਨੇਟ ਜ਼ੋਨ ਜਿਹੜੇ ਹੈਗੇ ਨੇ ਇਹ ਤੁਸੀਂ ਯਾਦ ਰੱਖਣੇ ਨੇ। ਠੀਕ ਹੈ ਜੀ, ਕੰਟੇਨਮੈਂਟ ਜ਼ੋਨ ਇਹ ਤੁਸੀਂ ਨੋਟ ਕਰ ਲਓ। ਇਹ ਸਮਝੌਤਾ ਜਿਹੜਾ ਮੁੰਬਈ ਦੀ ਜਿਹੜੀ ਗ੍ਰੇਟਰ ਨੋਇਡਾ ਜਿਵੇਂ BMC ਆਪਾਂ ਬੋਲਦੇ ਹਾਂ ਉਹ ਸੰਸਥਾ ਤੇ ਗੂਗਲ ਦੇ ਦੁਆਰਾ ਕੀਤਾ ਗਿਆ। ਗੂਗਲ ਦੇ ਜਿਹੜੇ CEO ਨੇ ਤੁਹਾਨੂੰ ਮੈਂ ਦੱਸਿਆ ਸੀਗਾ ਸੁੰਦਰ ਪਿਚਾਈ ਜਿਹੜੇ ਗੂਗਲ ਦੇ CEO ਨੇ ਇਹ ਇੰਡੀਅਨ ਓਰੀਜਨ ਦੇ ਨੇ, ਇਹ ਵੀ ਤੁਸੀਂ ਯਾਦ ਰੱਖਣਾ ਹੈ। ਤੇ ਜੋ ਇਹ ਜਿਹੜੀ ਸੰਸਥਾ ਹੈ ਮਹਾਰਾਸ਼ਟਰ ਦੀ ਹੈ ਤੇ ਉद्धਵ ਠਾਕਰੇ ਇੱਥੇ ਦੇ ਕੀ ਨੇ ਜੀ CM ਨੇ ਤੇ ਉਸ ਤੋਂ ਬਾਅਦ ਜਿਹੜੇ ਭਗਤ ਸਿੰਘ ਕਿਸ਼ੋਰੀ ਜਿਹੜੇ ਨੇ ਉਹ ਇੱਥੇ ਦੇ ਗਵਰਨਰ ਨੇ, ਇਹ ਵੀ ਤੁਸੀਂ ਨੋਟ ਕਰਕੇ ਰੱਖਣਾ। ਤੇ ਮਹਾਰਾਸ਼ਟਰ ਦਾ ਇੱਕ ਲਾਵਨੀ ਡਾਂਸ ਬਹੁਤ ਵਾਰੀ ਪੁੱਛਿਆ ਜਾਂਦਾ ਪੇਪਰਾਂ ਦੇ ਵਿੱਚ, ਇਹਨੂੰ ਤੁਸੀਂ ਥੋੜ੍ਹਾ ਜਿਹਾ ਨੋਟ ਕਰਕੇ ਚੱਲਣਾ ਹੈ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਸੈਕਿੰਡ ਮੈਂ ਦੱਸਾਂ ਜੀ, ਸੈਕਿੰਡ ਹੈ ਸਵ ਨਿਰਭਰ ਨਾਰੀ ਆਤਮ ਨਿਰਭਰ ਅਸੋਲ। ਇੱਥੇ ਅਸੋਲ ਆਏਗਾ, ਠੀਕ ਹੈ, ਅਸੋਮ ਆਏਗਾ ਇੱਥੇ ਉਹ ਹੈ। ਤੇ ਇਹ ਜਿਹੜੀ ਇਹ ਜਿਹੜੇ ਨਾਰੀ ਹੈ ਅਸਾਮ ਦੀ ਜਿਹੜੀ ਵੂਮੈਨ ਹੈ ਉਸ ਨੂੰ ਇੰਪਾਵਰਮੈਂਟ ਕਰਨ ਵਾਸਤੇ ਅਸਾਮ ਦੇ CM ਸਰਬਾਨੰਦ ਸੋਨੋਵਾਲ ਦੇ ਦੁਆਰਾ ਇਹ ਜਿਹੜੀ ਪਹਿਲ ਹੈ ਸਟਾਰਟ ਕੀਤੀ ਗਈ ਹੈ ਜਿਹਦੇ ਵਿੱਚ ਨਾਰੀ ਨੂੰ ਆਤਮ ਨਿਰਭਰ ਬਣਾਉਣ ਵਾਸਤੇ ਉਹਨਾਂ ਨੂੰ ਜਿਹੜੇ ਜੇ ਕਿਤੇ ਲੋਨ ਚਾਹੀਦਾ ਵੈ ਜਾਂ ਕਿਤੇ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਸਹੂਲਤ ਹੈ ਉਸ ਇੰਪਾਵਰਮੈਂਟ ਕਰਨ ਵਾਸਤੇ ਦਿੱਤੀ ਜਾ ਰਹੀਆਂ ਨੇ। ਤੇ ਜਿਹਦੇ ਵਿੱਚ ਇਹਨਾਂ ਨੇ ਇਸ ਚੀਜ਼ ਨੂੰ ਅਨਾਊਂਸ ਕਰਦੇ ਹੋਏ 3.7 ਲੱਖ ਜਿਹੜੇ ਤੇ 800 ਕਮਿਊਨਿਟੀ ਐਸੈਟਸ ਜਿਹੜੀਆਂ ਬਣਾਈਆਂ ਨੇ ਜਿਸ ਦੇ ਵਿੱਚ ਜਿਹੜੀ ਨਾਰੀ ਨੂੰ ਐਮਪਾਵਰਮੈਂਟ ਕੀਤਾ ਜਾਏਗਾ। ਇਹ ਤੁਸੀਂ ਜਿਹੜੀ ਸਕੀਮ ਹੈ ਇਸ ਨੂੰ ਨੋਟ ਕਰਕੇ ਰੱਖਣਾ ਹੈ। ਅਸਾਮ ਦੇ ਵਿੱਚ ਹੈ। ਅਸਾਮ ਦੀ ਜਿਹੜੀ ਰਾਜਧਾਨੀ ਹੈ ਉਹ ਹੈਗੀ ਹੈ ਗੁਹਾਟੀ, ਇਹ ਵੀ ਤੁਸੀਂ ਨੋਟ ਕਰ ਦੀਸਪੁਰ। ਗੁਹਾਟੀ ਤਾਂ ਇਹਦਾ ਸਭ ਤੋਂ ਵੱਡਾ ਸ਼ਹਿਰ ਹੈ, ਇੱਥੇ ਗੁਹਾਟੀ ਕੋਟ ਹੈਗੀ ਹੈ, ਇਹ ਤੁਸੀਂ ਨੋਟ ਕਰ ਲਿਆ ਜੀ। ਠੀਕ ਹੈ ਜੀ। ਇੱਥੇ ਔਰੰਗ ਨੈਸ਼ਨਲ ਪਾਰਕ ਹੈ ਤੇ ਜੋ ਆਪਣੇ ਮਾਨਸ ਨੈਸ਼ਨਲ ਪਾਰਕ ਹੈ ਤੇ ਇੱਥੇ ਇੱਕ ਸਿੰਘ ਵਾਲਾ ਜਿਹੜਾ ਗੈਂਡਾ ਹੁੰਦਾ ਹੈ ਰਹੀਨੋਸ ਜਿਹੜਾ ਹੈ ਤੇ ਉਸ ਦੇ ਬਾਰੇ ਇਹ ਬਹੁਤ ਜ਼ਿਆਦਾ ਪਾਰਕ ਜਿਹੜਾ ਫੇਮਸ ਹੈ। ਇੱਥੇ ਜਿਹੜੀ ਨਦੀ ਦਾ ਨਾਮ ਹੈ ਬਹੁਤ ਜ਼ਿਆਦਾ ਜਿਹੜੀ ਫੇਮਸ ਨਦੀ ਹੈ ਬ੍ਰਹਮਪੁੱਤਰਾ, ਜਿਹਦਾ ਨਾਮ ਤੁਹਾਨੂੰ ਪਤਾ 4 ਸਟੇਟਾਂ ਦੇ ਵਿੱਚੋਂ ਹੋ ਕੇ ਆਉਂਦੀ ਹੈ, ਇਹ 4 ਦੇਸ਼ਾਂ ਦੇ ਵਿੱਚੋਂ। ਤੇ ਇਸ ਦਾ ਜਿਹੜਾ ਪਹਿਲੇ ਇਹਨੂੰ ਚਾਈਨਾ ਦੇ ਵਿੱਚ ਤਸਾਂਗਪੋ ਬੋਲਿਆ ਜਾਂਦਾ ਹੈ, ਉਸ ਤੋਂ ਬਾਅਦ ਇਹ ਜਿਹੜਾ ਆਪਣੇ ਅਰੁਣਾਚਲ ਪ੍ਰਦੇਸ਼ ਦੇ ਵਿੱਚ ਇਹਨੂੰ ਦਿਹੰਗ ਬੋਲਿਆ ਜਾਂਦਾ ਹੈ। ਤੇ ਜਦੋਂ ਇਹ ਆਸਾਮ ਦੇ ਵਿੱਚ ਆਉਂਦੀ ਹੈ ਤਾਂ ਬ੍ਰਹਮਪੁੱਤਰਾ ਬੋਲਿਆ ਜਾਂਦਾ, ਉਸ ਤੋਂ ਬਾਅਦ ਇਹ ਜਮੁਨਾ ਬੋਲਿਆ ਜਾਂਦਾ ਇਹਨੂੰ ਬੰਗਲਾਦੇਸ਼ ਦੇ ਵਿੱਚ, ਇਹ ਤੁਸੀਂ ਨੋਟ ਕਰ ਲੈਣਾ। ਤੇ ਉਸ ਤੋਂ ਬਾਅਦ ਵਰਲਡ ਐਗ ਡੇ ਸੈਲੀਬ੍ਰੇਟਿਡ 9 ਅਕਤੂਬਰ ਇਨ ਦੀ ਅਵੇਅਰਨੈਸ ਆਫ। ਦੇਖੋ ਜੀ ਜਦੋਂ ਐਗ ਡੇ ਜਿਹੜਾ ਮਨਾਇਆ ਗਿਆ ਸੀ ਉਹ 9 ਅਕਤੂਬਰ ਨੂੰ ਮਨਾਇਆ ਗਿਆ ਸੀਗਾ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜੀ 9 ਅਕਤੂਬਰ ਨੂੰ ਜਿਹੜਾ ਐਗ ਡੇ ਮਨਾਇਆ ਗਿਆ ਸੀ ਇਹ ਕਿਹੜੀ ਕਾਨਫਰੰਸ ਦੇ ਦੁਆਰਾ ਮਨਾਇਆ ਜਾਂਦਾ ਹੈ? ਵੀਅਨਾ ਕਾਨਫਰੰਸ ਹੈਗੀ ਹੈ 1996 ਤੋਂ ਇਹ ਡੇ ਜਿਹੜਾ ਮਨਾਇਆ ਜਾ ਰਿਹਾ। ਇਸ ਦੇ ਵਿੱਚ ਕੀ ਹੈ ਜੀ ਇੰਪੋਰਟੈਂਸ ਦੱਸੀ ਜਾ ਰਹੀ ਹੈ ਕਿ ਪ੍ਰੋਟੀਨ ਦਾ ਤੇ ਨਿਊਟ੍ਰੀਸ਼ਨ ਦਾ ਸਾਡੀ ਲਾਈਫ ਦੇ ਵਿੱਚ ਕੀ ਇੰਪੋਰਟੈਂਸ ਹੈ ਉਸ ਦੇ ਬਾਰੇ ਅਵੇਅਰਨੈਸ ਫੈਲਾਉਣ ਵਾਸਤੇ ਸਾਨੂੰ ਜਿਹੜੀ ਐਗ ਦੀ ਜਿਹੜੀ ਕੰਜ਼ੰਪਸ਼ਨ ਕਰਨੀ ਚਾਹੀਦੀ ਹੈ
ਤੇ ਇਸ ਦੇ ਬਾਰੇ ਅਵੇਅਰਨੈਸ ਫੈਲਾਉਣ ਵਾਸਤੇ ਇਹ ਡੇ ਮਨਾਇਆ ਜਾਂਦਾ ਹੈ। ਆਈ ਹੋਪ ਕਿ ਤੁਹਾਨੂੰ ਡੇ ਵਾਲੇ ਕੁਐਸਚਨ ਦੇ ਵਿੱਚ ਮੈਂ ਤੁਹਾਨੂੰ ਕਾਫੀ ਚੀਜ਼ਾਂ ਪਹਿਲੇ ਵੀ ਡੇ ਦੇ ਇੱਕ ਜਿਹੜਾ 1 ਅਕਤੂਬਰ ਨੂੰ ਜਿਹੜਾ ਸੀਗਾ ਇਹ ਡੇ ਮੈਂ ਤੁਹਾਨੂੰ ਦੱਸ ਚੁੱਕਿਆ, 2 ਨੂੰ ਕਿਹੜਾ ਅਕਤੂਬਰ ਦੇ ਸਾਰੇ ਡੇ ਮੈਂ ਪ੍ਰੀਵੀਅਸ ਵੀਡੀਓਜ਼ ਦੇ ਵਿੱਚ ਸਾਰੇ ਦੱਸੇ ਨੇ, ਤੇ ਅਗਰ ਫਿਰ ਨੈਕਸਟ ਅੱਗੇ ਆਏਗਾ ਤਾਂ ਫਿਰ ਉਸ 'ਤੇ ਵੀ ਮੈਂ ਦੱਸ ਦੂੰਗਾ। ਇੱਕ ਵਾਰੀ ਇੱਥੇ ਜਿਹੜੇ ਤੁਸੀਂ ਅੱਜ ਵਾਲੇ ਕਰੰਟ ਅਫੇਅਰ ਨੇ ਇਹ ਮੈਂ ਇਸ ਤਰੀਕੇ ਨਾਲ ਅੱਜ ਲਿਖੇ ਨੇ, ਬਾਕੀ ਜਿਹੜੇ MCQ ਫਾਰਮੈਟ ਦੇ ਵਿੱਚ ਵੀ ਅੱਗੇ ਤੁਹਾਡੇ ਕੋਲ ਮਿਲਣਗੇ। ਠੀਕ ਹੈ ਜੀ। ਇੱਕ ਔਬਚਰੀਜ਼ ਜਿਹੜਾ ਆਪਾਂ ਇੱਕ ਡੈਥ ਹੋਈ ਹੈ ਉਹ ਹੈਗੇ ਅਵਿਨਾਸ਼ ਖਾਰਸੀਕਰ, ਜਿਹੜੇ ਇਹ ਐਕਟਰ ਸੀਗੇ ਜੀ ਮਹਾਰਾਸ਼ਟਰ ਦੇ ਵਿੱਚ ਮਰਾਠੀ ਫਿਲਮਾਂ ਦੇ ਜਿਹੜੇ ਐਕਟਰ ਸੀਗੇ, ਇਹਨਾਂ ਦੀ ਡੈਥ ਹੋ ਚੁੱਕੀ ਹੈ ਤੇ ਇਹ ਤੁਸੀਂ ਯਾਦ ਰੱਖਣਾ ਹੈ। ਇਹ ਜਿਹੜਾ ਦਾਦਰ ਨਗਰ ਹਵੇਲੀ ਹੈ ਤੇ ਉੱਥੋਂ ਦੇ ਇਹਨਾਂ ਦਾ ਨਿਵਾਸ ਸਥਾਨ ਸੀਗਾ ਤੇ ਮਹਾਰਾਸ਼ਟਰ ਦੇ ਸੀਗੇ, ਇਹ ਵੀ ਤੁਸੀਂ ਯਾਦ ਰੱਖਿਆ ਜੇ। ਕਈ ਵਾਰੀ ਪੁੱਛ ਲਿੱਤਾ ਜਾਂਦਾ ਕਿ ਕਿਹੜੇ ਪ੍ਰੋਫੈਸ਼ਨ ਤੋਂ ਬਿਲੋਂਗ ਕਰਦੇ ਸੀ। ਠੀਕ ਹੈ ਜੀ, ਇਹ ਐਕਟਰ ਸੀਗੇ, ਇਹ ਤੁਸੀਂ ਯਾਦ ਰੱਖਣਾ ਹੈ। ਉਸ ਤੋਂ ਬਾਅਦ ਇੱਕ ਇਨਵੈਸਟਮੈਂਟ ਇੰਡੀਆ ਕਾਨਫਰੰਸ ਹੋਈ ਹੈ ਕੈਨੇਡਾ ਦੇ ਵਿੱਚ। ਕੈਨੇਡਾ ਦੇ ਵਿੱਚ ਇਨਵੈਸਟਮੈਂਟ ਕਾਨਫਰੰਸ ਨੂੰ ਐਡਰੈਸ ਕੀਤਾ ਗਿਆ ਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਦੁਆਰਾ, ਤਾਂ ਕਿ ਇੰਡੀਆ ਦੇ ਵਿੱਚ ਜਿਹੜੀ FDI ਨੂੰ ਪ੍ਰਮੋਟ ਕੀਤਾ ਜਾ ਸਕੇ ਤੇ ਜਿਹੜੇ ਕੈਨੇਡਾ ਦੇ ਵੱਡੇ ਬਿਜ਼ਨਸਮੈਨ ਨੇ ਜਿਹੜੇ ਉਹਨਾਂ ਪਰਸਨ ਨੂੰ ਇੰਡੀਆ ਦੇ ਵਿੱਚ ਆਉਣ ਵਾਸਤੇ ਕੀ ਹੈ ਜੀ ਇਨਵੈਸਟਮੈਂਟ ਲਿਆਉਣ ਵਾਸਤੇ ਜਿਹੜਾ ਹੈ ਇਹ ਜਿਹੜੀ ਕਾਨਫਰੰਸ ਸੀਗੀ ਇਹ ਐਡਰੈਸ ਕੀਤੀ ਗਈ ਸੀ। ਠੀਕ ਹੈ ਜੀ। ਤੇ ਕੈਨੇਡਾ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਉਹ ਜਸਟਿਨ ਟਰੂਡੀਓ, ਤੁਹਾਨੂੰ ਪਤਾ ਹੋਏਗਾ ਹੁਣੇ ਥੋੜ੍ਹੇ ਦਿਨ ਪਹਿਲੇ ਰੀਸੈਂਟਲੀ ਜਿਹੜਾ ਇਲੈਕਸ਼ਨ ਹੋਏ ਸੀ ਉਹਨਾਂ ਦੇ ਵਿੱਚ ਇਹਨਾਂ ਦੀ ਜਿੱਤ ਹੋਈ ਸੀ। ਤੇ ਕੈਪੀਟਲ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਤਾਂ ਕਿ ਉਹ ਇੱਥੇ ਨੈਕਸਟ ਨਹੀਂ ਤਾਂ ਆਉਣ ਵਾਲੇ ਜਿਹੜੇ ਅਗਲੇ ਲੈਕਚਰ ਦੇ ਵਿੱਚ ਮੈਂ ਤੁਹਾਨੂੰ ਇਸ ਦੇ ਬਾਰੇ ਫਿਰ ਦੱਸੂੰਗਾ। ਠੀਕ ਹੈ ਜੀ, ਕੈਨੇਡਾ ਦੇ ਬਾਰੇ। ਉਸ ਤੋਂ ਬਾਅਦ ਟੂਡੇ ਕੀ ਹੈ ਜੀ, ਕੱਲ ਜਿਹੜਾ ਡੇ ਸੀਗਾ ਉੱਥੇ ਸਾਗਰ ਕਵਚ ਨਾਮ ਦਾ ਜਿਹੜੀ ਐਕਸਰਸਾਈਜ਼ ਚੱਲ ਰਹੀ ਸੀ ਸਾਡੀ ਇੰਟਰਨਲ ਇੱਕ ਐਕਸਰਸਾਈਜ਼ ਹੁੰਦੀ ਹੈ ਆਰਮੀ ਤੇ ਜਿਹੜੀ ਇੰਡੀਅਨ ਕੋਸਟ ਗਾਰਡ ਤੇ ਨੈਵਲ ਫੋਰਸਿਸ ਜਿਹੜੀਆਂ ਹੁੰਦੀਆਂ ਨੇ ਸਾਡੀਆਂ ਨੈਵੀ ਤੇ ਕੋਸਟ ਗਾਰਡ ਦੇ ਵੱਲੋਂ ਇਹ ਜਿਹੜੀ ਫੋਰਸ ਦੋਨਾਂ ਨੇ ਮਿਲ ਕੇ ਐਕਸਰਸਾਈਜ਼ ਕੀਤੀ ਹੈ ਸਾਗਰ ਕਵਚ। ਠੀਕ ਹੈ ਜੀ। ਇਹ ਸਾਡੀ ਸਾਗਰ ਕਵਚ ਜਿਹੜੀ ਐਕਸਰਸਾਈਜ਼ ਕੰਪਲੀਟ ਹੋ ਚੁੱਕੀ ਹੈ, 2 ਦਿਨਾਂ ਦੀ ਸੀ। ਇਹਦੇ ਵਿੱਚ 20 ਨਾਵਲ ਸ਼ਿਪ ਜਿਹੜੀਆਂ ਹੈਗੀ ਸੀ ਉਹਨਾਂ ਨੇ ਪਾਰਟਿਸਿਪੇਟ ਕੀਤਾ ਸੀ ਤੇ 50 ਜਿਹੜੇ ਪੈਟਰੋਲ ਵੈਜ਼ਲਸ ਜਿਹੜੀਆਂ ਸ਼ਿਪਸ ਹੁੰਦੀਆਂ ਨੇ ਉਹਨਾਂ ਨੇ ਪਾਰਟਿਸਿਪੇਟ ਕੀਤਾ ਸੀ ਕੰਪਲੀਟਲੀ। ਉਸ ਦੇ ਵਿੱਚ ਇਹ ਐਕਸਰਸਾਈਜ਼ ਦਾ ਤੁਸੀਂ ਯਾਦ ਰੱਖਣਾ ਹੈ। ਠੀਕ ਹੈ ਜੀ। ਤੇ ਇਹ ਯਾਦ ਰੱਖਿਆ ਜੀ ਥੋੜ੍ਹਾ ਜਿਹਾ। ਤੇ ਬੋਂਗੋ ਸਾਗਰ ਹੁਣ ਥੋੜ੍ਹੇ ਰੀਸੈਂਟਲੀ ਮੈਂ ਦੱਸਿਆ ਸੀ ਬੋਂਗੋ ਸਾਗਰ ਜਿਹੜੀ ਬੇ ਆਫ ਬੰਗਾਲ ਦੇ ਵਿੱਚ ਬੰਗਲਾਦੇਸ਼ ਦੇ ਨਾਲ ਅਸੀਂ ਜਿਹੜੀ ਐਕਸਰਸਾਈਜ਼ ਕੀਤੀ ਸੀ ਬੋਂਗੋ ਸਾਗਰ, ਇਹ ਵੀ ਤੁਸੀਂ ਯਾਦ ਰੱਖਿਆ ਜੀ। ਠੀਕ ਹੈ ਜੀ। ਉਸ ਤੋਂ ਬਾਅਦ ਇੰਡੀਆ ਦੇ ਵਿੱਚ 1328 ਨੰਬਰ ਦੀ ਇੱਕ ਸਪੀਸੀਜ਼ ਹੋਰ ਇੰਡੀਆ ਦੇ ਵਿੱਚ ਮਿਲੀ ਹੈ, ਨਵੀਂ ਸਪੀਸੀਜ਼ ਹੈ ਜਿਹਦਾ ਨਾਮ ਹੈ ਬਟਰਫਲਾਈ ਦੀ ਇੰਨੀ ਪ੍ਰਜਾਤੀਆਂ ਸਾਡੇ ਇੰਡੀਆ ਦੇ ਵਿੱਚ ਪਾਈ ਜਾਂਦੀਆਂ ਨੇ, ਜਿਹਦੇ ਵਿੱਚ ਸੋਫੀਆ ਜੈਬਰਾ ਨਾਮ ਦੀ ਜਿਹੜੀ ਇਹ ਪ੍ਰਜਾਤੀ ਹੈ, ਵੈਸੇ ਤਾਂ ਇਹ ਪਾਕਿਸਤਾਨ ਦੇ ਵਿੱਚ ਪਾਈ ਜਾਂਦੀ ਹੈ ਪਰ ਇੰਡੀਆ ਦੇ ਵਿੱਚ ਹੁਣ ਰੀਸੈਂਟਲੀ ਇਹਨੂੰ ਦੇਖਣ ਨੂੰ ਮਿਲਿਆ ਤੇ ਉਹ ਹੈਗੀ ਹੈ ਰਾਜਸਥਾਨ ਸਟੇਟ ਦੇ ਵਿੱਚ ਜਿਹੜਾ ਜ਼ਿਲ੍ਹਾ ਉਹਦਾ ਜਿਹੜਾ ਪੈਂਦਾ ਜੀ ਉਸ ਦਾ ਨਾਮ ਹੈ ਡੰਗਰਪੁਰ। ਇੱਥੇ ਇਸ ਦਾ ਹੁਣੇ ਰੀਸੈਂਟਲੀ ਸਾਨੂੰ ਵੇਖਣ ਨੂੰ ਮਿਲੀ ਹੈ ਤੇ ਇਸ ਤੋਂ ਸਾਡਾ ਇੱਕ ਨੈਸ਼ਨਲ ਬਟਰਫਲਾਈ ਜਿਹੜਾ ਹੈ ਉਸ ਦੇ ਵਾਸਤੇ ਇੱਕ ਕੰਟੈਸਟ ਚੱਲ ਰਿਹਾ ਜਿਹਦੇ ਵਿੱਚ 3 ਬਟਰਫਲਾਈਆਂ ਦੀ ਕੰਪੀਟੀਸ਼ਨ ਚੱਲ ਰਿਹਾ, ਜਿਹਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਜਿਵੇਂ ਬੇ ਆਫ ਬੰਗਾਲ, ਜਿਵੇਂ ਰਾਇਲ ਬੰਗਾਲ ਟਾਈਗਰ ਹੈ, ਇਹ ਸਾਡਾ ਜਿਹੜਾ ਪਕਸ਼ੀ ਮੋਰ ਹੈ, ਇਸ ਤਰ੍ਹਾਂ ਨਾਲ ਤੁਹਾਨੂੰ ਇਹ ਸਾਡੀ ਨੈਸ਼ਨਲ ਬਟਰਫਲਾਈ ਵੀ ਵੇਖਣ ਨੂੰ ਮਿਲੇਗੀ ਥੋੜ੍ਹੇ ਦਿਨਾਂ ਬਾਅਦ। ਤੇ ਇਹ ਤੁਸੀਂ ਯਾਦ ਰੱਖਣਾ ਹੈ, ਇਹ ਨਵੀਂ ਸਪੀਸੀਜ਼ ਸਾਨੂੰ ਇਨਵਾਇਰਨਮੈਂਟ ਦੇ ਹਿਸਾਬ ਨਾਲ ਵੇਖਣ ਨੂੰ ਮਿਲੀ ਹੈ, ਇਹ ਤੁਸੀਂ ਨੋਟ ਕਰ ਲੈਣਾ। ਠੀਕ ਹੈ ਜੀ। ਜਿਹੜੇ ਰਾਜਸਥਾਨ ਦੇ CM ਜਿਹੜੇ ਹੈਗੇ ਨੇ ਅਸ਼ੋਕ ਗਹਿਲੋਤ, ਜਿਹੜੇ 2nd ਟਰਮ ਦੇ ਵਿੱਚ ਬਣੇ ਸੀਗੇ ਤੇ ਇੱਥੇ ਗਵਰਨਰ ਜਿਹੜੇ ਨੇ ਕਲਰਾਜ ਮਿਸ਼ਰਾ। ਠੀਕ ਹੈ ਜੀ। ਇੱਥੇ ਰਾਜਧਾਨੀ ਜਿਹੜੀ ਇਹਦੀ ਹੈ ਜੈਪੁਰ। ਠੀਕ ਹੈ, ਜਿਹਨੂੰ ਆਪਾਂ ਪਿੰਕ ਸਿਟੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ, ਰਾਜਾ ਜੈ ਸਿੰਘ ਦੇ ਨਾਮ ਤੋਂ ਵਸਾਇਆ ਗਿਆ ਸੀਗਾ, ਇਹ ਤੁਸੀਂ ਯਾਦ ਰੱਖਣਾ। ਇਹ ਸਾਡਾ ਯੂਨੈਸਕੋ ਦਾ ਹੈਰੀਟੇਜ ਸਾਈਟ ਸਿਟੀ ਵੀ ਘੋਸ਼ਿਤ ਕੀਤਾ ਗਿਆ ਸੀ ਪਿਛਲੇ ਸਾਲ। ਉਸ ਤੋਂ ਪਹਿਲਾਂ ਅਹਿਮਦਾਬਾਦ ਨੂੰ ਕੀਤਾ ਗਿਆ ਸੀਗਾ, ਹੁਣ ਯੂਨੈਸਕੋ ਦੇ ਦੁਆਰਾ ਸੂਰਤ ਸਿਟੀ ਨੂੰ ਇਸ ਦਾ ਦਰਜਾ ਦਿੱਤਾ ਗਿਆ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ ਹੈ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਲੇਟੈਸਟ ਬੈਨ ਔਨ ਦਾ ਟਿਕਟੋਕ। ਹੁਣ ਦੇਖੋ ਜੀ ਸਾਡੇ ਨੇਬਰਿੰਗ ਕੰਟਰੀ ਪਾਕਿਸਤਾਨ ਨੇ ਵੀ ਚਾਈਨਾ ਦੇ ਜਿਹੜੇ ਟਿਕਟੋਕ ਹੈ ਇਸ ਨੂੰ ਮਿਸਯੂਜ਼ ਕਰਨ ਵਾਸਤੇ, ਡਾਟਾ ਨੂੰ ਮਿਸਯੂਜ਼ ਕਰਨ ਵਾਸਤੇ ਟਿਕਟੋਕ ਦੇ ਉੱਪਰ ਬੈਨ ਲਗਾ ਦਿੱਤਾ ਗਿਆ ਹੈ, ਇਹ ਵੀ ਤੁਸੀਂ ਯਾਦ ਰੱਖਣਾ ਹੈ। ਤਹਿਰੀਕ ਇਨਸਾਫ ਪਾਰਟੀ ਦੇ ਜਿਹੜੇ PM ਹੈਗੇ ਨੇ ਸਾਡੇ ਇਮਰਾਨ ਖਾਨ, ਉਹ ਯਾਦ ਰੱਖਣਾ ਹੈ। ਤਹਿਰੀਕ ਇਨਸਾਫ ਇਹਦੀ ਪਾਰਟੀ ਦਾ ਨਾਮ ਹੈ ਤੇ ਪਾਕਿਸਤਾਨ ਦੇ ਵਿੱਚ ਇਸਲਾਮਾਬਾਦ ਇੱਕੋ ਧਰਮ ਇੱਕੋ ਹੀ ਜਿਹੜੀ ਕੈਪੀਟਲ ਹੈ ਪੂਰੀ ਦੁਨੀਆ ਦੇ ਵਿੱਚ ਜੋ ਕਿਸੇ ਧਰਮ ਦੇ ਨਾਮ 'ਤੇ ਵਸੀ ਹੋਈ ਹੈ, ਇਹ ਤੁਸੀਂ ਯਾਦ ਰੱਖਣਾ ਹੈ ਇਸਲਾਮਾਬਾਦ। ਠੀਕ ਹੈ ਜੀ, ਇਹ ਪਾਕਿਸਤਾਨ ਦੇ ਬਾਰੇ ਯਾਦ ਰੱਖਣਾ ਹੈ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਤਾਂ ਬਰਡ ਸ਼ੈਲਟਰ ਬਣਾਇਆ ਗਿਆ ਜੀ। ਬਰਡ ਸ਼ੈਲਟਰ ਕੀ ਹੁੰਦਾ ਜੀ? ਬਰਡਸ ਵਾਸਤੇ ਜਿਹੜੇ ਉਹ ਪ੍ਰਜਨਨ ਕਰਦੇ ਨੇ ਕੀ ਕਰਦੇ ਨੇ ਜਦੋਂ ਵਿੰਟਰ ਸੈਸ਼ਨ, ਕਿਉਂਕਿ ਹੁਣ ਯੂਰਪ ਦੇ ਵਿੱਚ ਵਿੰਟਰ ਸੈਸ਼ਨ ਸੀਗਾ,
ਹੁਣ ਇੰਡੀਆ ਦੇ ਵਿੱਚ ਵਿੰਟਰ ਸੈਸ਼ਨ ਆਉਣ ਵਾਲਾ ਹੈ ਤੇ ਜਿਸ ਦੇ ਕਾਰਨ ਉਹ ਮਾਈਗ੍ਰੇਟ ਹੋ ਕੇ ਇੰਡੀਆ ਦੇ ਵਿੱਚ ਆਉਂਦੇ ਨੇ ਤੇ ਉਹ ਸਾਂਭਰ ਝੀਲ ਦੇ ਉੱਪਰ ਆ ਕੇ ਆਪਣਾ ਪ੍ਰਜਨਨ ਕਰਦੇ ਨੇ ਤੇ ਰਾਜਸਥਾਨ ਗੌਰਮੈਂਟ ਨੇ ਹੁਣ ਇਹਨਾਂ ਦੇ ਵਾਸਤੇ ਬਰਡ ਸ਼ੈਲਟਰ ਨਾਮ ਦੀ ਪਰਿਯੋਜਨਾ ਬਣਾ ਕੇ ਇਸ ਨੂੰ ਕੀਤਾ ਜੀ ਤਾਂ ਕਿ ਸਾਂਭਰ ਲੇਕ ਦੇ ਉੱਪਰ ਮੈਕਸਿਮਮ ਤੋਂ ਮੈਕਸਿਮਮ ਕਿਉਂਕਿ ਇੱਥੇ ਘੱਟੋ ਘੱਟ 20,000 ਜਿਹੜੀਆਂ ਜਿਹੜੇ ਪੰਛੀ ਨੇ ਇੱਥੇ ਆਉਂਦੇ ਨੇ ਘੱਟੋ ਘੱਟ ਤੇ ਇਹ ਰਾਜਸਥਾਨ ਗੌਰਮੈਂਟ ਦੇ ਦੁਆਰਾ ਸਾਂਭਰ ਲੇਕ ਦੇ ਉੱਪਰ ਇਹ ਬਰਡ ਸ਼ੈਲਟਰ ਬਣਾਇਆ ਜਾ ਰਿਹਾ। ਇਹ ਤੁਸੀਂ ਨੋਟ ਕਰਕੇ ਰੱਖਣਾ ਹੈ। ਸਾਂਭਰ ਲੇਕ ਇੱਕ ਖਾਰੀ ਝੀਲ ਹੈ ਸਾਡੇ ਦੇਸ਼ ਦੇ ਵਿੱਚ, ਖਾਰੇ ਪਾਣੀ ਦੀ ਝੀਲ ਹੈ। ਉਸ ਤੋਂ ਬਾਅਦ ਇਹ ਲੂਨੀ ਰਿਵਰ ਦੇ ਉੱਪਰ ਹੈਗੀ ਹੈ। ਲੂਨੀ ਰਿਵਰ ਇੱਕਮਾਤਰ ਨਦੀ ਹੈ ਜਿਹੜੀ ਕਦੇ ਅਰਬ ਸਾਗਰ ਦੇ ਵਿੱਚ ਨਹੀਂ ਡਿੱਗਦੀ ਕਿਉਂਕਿ ਇਸ ਤੋਂ ਪਹਿਲਾਂ ਹੀ ਇਹ ਰਨ ਆਫ ਕੱਚ ਜਿਹੜਾ ਕੱਚ ਦਾ ਮੈਦਾਨ ਹੈ ਉੱਥੇ ਜਾ ਕੇ ਇਹ ਗਾਇਬ ਹੋ ਜਾਂਦੀ ਹੈ, ਇੱਥੇ ਦਲਦਲੀ ਇਲਾਕਾ ਬਣਾ ਦਿੰਦੀ ਹੈ। ਠੀਕ ਹੈ ਜੀ, ਤੇ ਇੱਥੇ ਯਾਦ ਰੱਖਣਾ ਤੁਸੀਂ ਇੱਥੇ ਇੱਕ ਜਿਹੜੀ ਐਸ਼ ਜਿਹੜੀ ਵਾਈਲਡ ਲਾਈਫ ਸੈਂਚੁਰੀ ਵੀ ਤੁਹਾਨੂੰ ਵੇਖਣ ਨੂੰ ਮਿਲੇਗੀ ਰਨ ਆਫ ਕੱਚ ਦੇ ਵਿੱਚ। ਇੱਥੇ ਗਧੇ ਜਿਹੜੇ ਪ੍ਰਜਾਤੀ ਜਿਹੜੇ ਗਧਿਆਂ ਦੀ ਡੋਂਕੀ ਦੇ ਜਿਹੜੀ ਪ੍ਰਜਾਤੀ ਆ ਉੱਥੇ ਸਭ ਤੋਂ ਜ਼ਿਆਦਾ ਵੇਖਣ ਨੂੰ ਮਿਲਦੇ ਨੇ ਗੁਜਰਾਤ ਦੇ ਵਿੱਚ। ਠੀਕ ਹੈ ਜੀ, ਤੇ ਇੱਥੇ ਇੱਕ ਵਾਈਲਡ ਲਾਈਫ ਸੈਂਚੁਰੀ ਹੈਗੀ ਆ, ਇਹ ਤੁਸੀਂ ਯਾਦ ਰੱਖਣਾ ਹੈ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਨੈਕਸਟ ਕੁਐਸਚਨਾਂ ਦੇ ਉੱਪਰ। ਹੁਣ ਆਪਾਂ ਗੱਲ ਕਰਦੇ ਹਾਂ ਜਿਹੜੇ ਪ੍ਰੀਵੀਅਸ ਕੁਐਸਚਨ ਰਹਿ ਗਏ ਸੀ ਕੱਲ ਦੇ ਕੁਐਸਚਨਾਂ ਦੇ ਉੱਪਰ ਗੱਲ ਕਰੀਏ ਤੇ ਕੱਲ ਦੇ ਤੇ ਕੁਝ ਹੁਣ MCQ ਫਾਰਮੈਟ ਦੇ ਵਿੱਚ ਕੁਐਸਚਨ ਕਰਵਾਵਾਂਗਾ ਤੁਹਾਨੂੰ। ਤੇ ਪਹਿਲਾ ਕੁਐਸਚਨ ਹੈ ਜੀ ਸ਼੍ਰੀਕਾਂਤ ਦੱਤਾਰ। ਸ਼੍ਰੀਕਾਂਤ ਦੱਤਾਰ ਜਿਹੜੇ ਨੇ ਸ਼੍ਰੀਕਾਂਤ ਦੱਤਾਰ ਇਹਨਾਂ ਨੂੰ ਅਪਾਇੰਟ ਕੀਤਾ ਗਿਆ ਹੈ ਡੀਨ, ਉਹ ਵੀ ਕਿਹੜੇ ਵਰਲਡ ਦੀ ਯੂਨੀਵਰਸਿਟੀ ਦੇ ਵਿੱਚ? ਇਹ ਯੂਨੀਵਰਸਿਟੀ ਦੇ ਵਿੱਚ ਕੀਤਾ ਗਿਆ। ਇਸ ਦਾ ਨਾਮ ਹੈ, ਇਹ ਜਿਹੜੀ ਯੂਨੀਵਰਸਿਟੀ ਹੈਗੀ ਹੈ ਉਹ ਕਿਹੜੀ ਹੈ ਜੀ? ਐਕਚੁਅਲ ਦੇ ਵਿੱਚ ਇੱਥੇ ਆਪਸ਼ਨ ਦੇ ਵਿੱਚ ਸ਼ਾਇਦ ਇੱਥੇ ਆਪਸ਼ਨ ਦੇ ਵਿੱਚ ਇਹਨਾਂ ਨੂੰ ਲਿਖਣਾ ਚਾਹੀਦਾ ਸੀ ਪਰ ਉਹ ਨਹੀਂ। ਮੈਂ ਤੁਹਾਨੂੰ ਇੱਥੇ ਦੱਸ ਦੇਣਾ ਹਾਰਵਰਡ, ਇੱਥੇ ਆਪਸ਼ਨ ਦੇ ਵਿੱਚ ਗੜਬੜ ਹੋ ਗਈ ਹੈ। ਹਾਰਵਰਡ ਸਕੂਲ ਜਿਹੜਾ ਬਿਜ਼ਨਸ ਸਕੂਲ ਹੈ ਉੱਥੇ ਇਹਨਾਂ ਨੂੰ ਡੀਨ ਨਿਯੁਕਤ ਕੀਤਾ ਗਿਆ। ਇਸ ਦਾ ਆਪਸ਼ਨ ਇਹਦੇ ਵਿੱਚ ਕੋਈ ਵੀ ਨਹੀਂ ਹੈਗਾ ਬਟ ਇਹ ਤੁਹਾਨੂੰ ਐਕਸਟਰਾ ਤੋਂ ਲਿਖਵਾ ਰਹੇ ਹਾਂ, ਇਹ ਕੁਐਸਚਨ ਥੋੜ੍ਹਾ ਮਿਸਪ੍ਰਿੰਟ ਲਿਖਿਆ ਗਿਆ ਤੇ ਹਾਰਵਰਡ ਜਿਹੜਾ ਬਿਜ਼ਨਸ ਸਕੂਲ ਹੈ ਉੱਥੇ ਇਹਨਾਂ ਨੂੰ ਡੀਨ ਬਣਾਇਆ ਗਿਆ ਸ਼੍ਰੀਕਾਂਤ ਦਾਸ। ਇਹ ਨਿਊ ਅਪਾਇੰਟਮੈਂਟ ਹੈ, ਇੰਡੀਅਨ ਓਰੀਜਨ ਦੇ ਪਰਸਨ ਨੇ। ਇਹ IIM ਜਿਹੜੇ ਮੈਨੇਜਮੈਂਟ ਅਹਿਮਦਾਬਾਦ ਜਿਹੜਾ ਕਾਲਜ ਹੈ ਉੱਥੇ ਪਹਿਲਾਂ ਡੀਨ ਸੀਗੇ। ਠੀਕ ਹੈ ਜੀ, ਇਹ ਤੁਸੀਂ ਨੋਟ ਕਰਕੇ ਰੱਖਣਾ ਹੈ। ਤੇ ਜਿਹੜਾ ਮੈਸੇਚਿਉਸੇਟ ਜਿਹੜੀ ਪੂਰੇ ਵਰਲਡ ਦੀ ਸਭ ਤੋਂ ਪਹਿਲੀ ਯੂਨੀਵਰਸਿਟੀ ਹੈ ਇਹ ਵੀ ਤੁਸੀਂ ਯਾਦ ਰੱਖਣਾ ਹੈ। ਇਹ ਇੱਥੇ ਪਿਛਲੀ ਵਾਰ ਸਾਡੇ ਜਿਹੜੇ ਇਕਨੋਮਿਕਸ ਦੇ ਵਿੱਚ ਜਿਨ੍ਹਾਂ ਨੂੰ ਅਵਾਰਡ ਮਿਲਿਆ ਸੀਗਾ ਉਹ ਇੱਥੇ ਇਕਨੋਮਿਕਸ ਦੇ ਪ੍ਰੋਫੈਸਰ ਨੇ। ਠੀਕ ਹੈ ਜੀ, ਤੇ ਅਭਿਜੀਤ ਜਿਨ੍ਹਾਂ ਨੂੰ ਮਿਲਿਆ ਸੀਗਾ ਇਹ ਤੁਸੀਂ ਯਾਦ ਰੱਖਣਾ ਹੈ, ਅਭਿਜੀਤ ਤੇ ਉਹਨਾਂ ਦੀ ਵਾਈਫ ਨੂੰ ਡੁਫਲੋ ਨੂੰ। ਠੀਕ ਹੈ ਜੀ, ਇਹ ਇੱਥੇ ਮੈਸੇਚਿਉਸੇਟ ਦੀ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਨੇ। ਠੀਕ ਹੈ ਜੀ, IISc ਜਿਹੜੇ ਬੈਂਗਲੋਰ ਹੈ ਇਹ ਸਾਡਾ ਜਿਹੜਾ 3rd ਨੰਬਰ 'ਤੇ ਯੂਨੀਵਰਸਿਟੀ ਰੈਂਕਿੰਗ ਦੇ ਵਿੱਚ 3rd ਨੰਬਰ 'ਤੇ ਜਿਹੜਾ ਆਇਆ ਸੀਗਾ, ਇਹ ਤੁਸੀਂ ਯਾਦ ਰੱਖਣਾ ਹੈ। ਤੇ ਯੈਲ ਯੂਨੀਵਰਸਿਟੀ ਦੇ ਵਿੱਚ ਹੁਣ ਜਿਹੜਾ ਲੂਇਸ ਗਲੂਕ ਜਿਹੜੇ ਨਾਮ ਦੀ ਜਿਹੜੀ ਸਾਹਿਤਿਆ ਦੇ ਵਿੱਚ ਜਿਹਨੂੰ ਨੋਬਲ ਪ੍ਰਾਈਜ਼ ਮਿਲਿਆ 2020 ਦਾ, ਉਹ ਯੈਲ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਨੇ ਇੰਗਲਿਸ਼ ਦੇ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ ਹੈ। ਆਈ ਹੋਪ ਕਿ ਤੁਹਾਨੂੰ ਇਹ ਸਾਰਾ ਸਮਝ ਆ ਗਿਆ ਹੋਵੇਗਾ। ਹੁਣ ਮੈਂ ਦੁਬਾਰਾ ਦੱਸ ਦੇਣਾ, ਹਾਰਵਰਡ ਬਿਜ਼ਨਸ ਸਕੂਲ ਦੇ ਵਿੱਚ ਜਿਹੜਾ ਹੈ ਇਹਨਾਂ ਨੂੰ ਅਪਾਇੰਟਮੈਂਟ ਹੋਈ ਹੈ। ਠੀਕ ਹੈ ਜੀ, ਤੇ ਇਹ ਤੁਸੀਂ ਨੋਟ ਕਰ ਲੈਣਾ। ਠੀਕ ਹੈ ਜੀ, ਇਹ ਵੀ ਪੁੱਛਿਆ ਜਾ ਸਕਦਾ ਹੈ ਕਿ ਇਹ ਕਿਹਨੂੰ ਰਿਪਲੇਸ ਕਰਨਗੇ? ਨਿਤਿਨ ਨੋਹਰੀਆ ਜਿਹੜੇ ਹੈਗੇ ਨੇ ਉਹਨਾਂ ਨੋਤਰੀਆ ਨਾਮ ਦੇ ਜਿਹੜੇ ਪਰਸਨ ਨੇ ਉਹਨਾਂ ਨੂੰ ਇਹ ਸਕਸੀਡ ਕਰਨਗੇ। ਠੀਕ ਹੈ ਜੀ, ਇਹ ਸਭ ਤੋਂ ਪੁਰਾਣੀ ਯੂਨੀਵਰਸਿਟੀ ਹੈ ਹਾਰਵਰਡ ਯੂਨੀਵਰਸਿਟੀ ਜਿਹੜੀ ਬਿਜ਼ਨਸ ਦੀ, ਜਿਹੜੀ 112 ਸਾਲ ਪੁਰਾਣੀ ਯੂਨੀਵਰਸਿਟੀ ਹੈ। ਇਹਦੇ ਵਿੱਚ ਇਹ ਪਹਿਲੇ ਪਰਸਨ ਹੋਣਗੇ ਇੱਦਾਂ ਦੇ ਜਿਹੜੇ ਡੀਨ ਨਿਯੁਕਤ ਹੋਏ ਨੇ। ਆਈ ਹੋਪ ਕਿ ਉਸ ਤੋਂ ਬਾਅਦ SSO ਫੀਚਰਸ ਲਾਂਚ ਬਾਏ ਦਾ ਕੰਪਨੀ ਵਿੱਚ ਆਨਲਾਈਨ ਕਲਾਸਿਸ ਪ੍ਰਮੋਟ ਕਰਨ ਵਾਸਤੇ ਹੁਣ ਇੱਕ ਨਵਾਂ ਜਿਹੜਾ ਐਪ ਹੈ ਜਿਹੜਾ ਐਡ ਕੀਤਾ ਗਿਆ। ਉਸ ਐਪ ਦਾ ਜਿਹੜਾ SSO ਫੀਚਰ ਹੈ ਇਹ ਕੀ ਹੈ ਜੀ? ਇਹ ਜਿਹੜਾ ਐਪ ਜਿਹੜਾ ਫੀਚਰ ਹੈ ਇਹ ਜ਼ੂਮ ਐਪ ਦੇ ਦੁਆਰਾ ਐਡ ਕੀਤਾ ਗਿਆ। ਇਸ ਨੂੰ ਤੁਸੀਂ ਨੋਟ ਕਰਕੇ ਰੱਖਣਾ ਹੈ। ਇਹਦਾ ਮਤਲਬ SSO ਦਾ ਫੁੱਲ ਫਾਰਮ ਵੀ ਪੁੱਛਿਆ ਜਾ ਸਕਦਾ ਤੁਹਾਨੂੰ। ਸਿੰਗਲ ਸਾਈਡ ਔਨ ਨਾਮ ਦਾ ਜਿਹੜਾ ਫੀਚਰ ਹੈ ਇਹ ਹੁਣ ਜ਼ੂਮ ਐਪ ਦੇ ਵਿੱਚ ਜਿਨ੍ਹਾਂ ਨੇ ਯੂਜ਼ ਕੀਤਾ ਹੋਏਗਾ ਉਹਨੂੰ ਪਤਾ ਲੱਗ ਗਿਆ ਹੋਏਗਾ ਤੇ ਜਿਹੜੇ ਯੂਜ਼ ਨਹੀਂ ਕਰਦੇ ਉਹਨਾਂ ਨੂੰ ਮੈਂ ਕਿੱਦਾਂ ਸਮਝਾਵਾਂ ਹੁਣ। ਠੀਕ ਹੈ ਜੀ, ਤੇ ਇਸ ਦੇ ਬਾਰੇ ਤੁਸੀਂ ਨੋਟ ਕਰਕੇ ਰੱਖਣਾ। ਜ਼ੂਮ ਐਪ ਜਿਹੜੀ USA ਦੀ ਕੰਪਨੀ ਹੈ, ਇਹ USA ਬੇਸਡ ਕੰਪਨੀ ਹੈ, ਇਹ ਤੁਸੀਂ ਯਾਦ ਰੱਖਣਾ। ਕਈ ਵਾਰੀ ਕਹਿ ਰਹੇ ਸੀ ਨਾ 200+ ਜਿਹੜੀ ਅਸੀਂ ਬੈਨ ਕੀਤੀ ਹੈ ਇੰਡੀਅਨ ਗੌਰਮੈਂਟ ਨੇ, ਤੇ ਉਹਦੇ ਵਿੱਚ ਜ਼ੂਮ ਐਪ ਨੂੰ ਕਿਉਂ ਨਹੀਂ ਕੀਤਾ? ਕਿਉਂਕਿ ਇਹ ਜ਼ੂਮ ਐਪ USA ਦੀ ਕੰਪਨੀ ਹੈ, ਚਾਈਨਾ ਦੀ ਨਹੀਂ ਹੈਗੀ। ਠੀਕ ਹੈ ਜੀ, ਇਹ ਤੁਸੀਂ ਨੋਟ ਕਰਕੇ ਰੱਖਣਾ ਹੈ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਰੋਡ ਅਸਿਸਟੈਂਟ। ਨੈਕਸਟ ਕੁਐਸਚਨ, ਰੋਡ ਅਸਿਸਟੈਂਟ ਪ੍ਰੋਗਰਾਮ ਲਾਂਚ ਬਾਈ ਵਿਚ ਕੰਪਨੀ? ਤੇ ਇਹ ਰੋਡ ਅਸਿਸਟੈਂਟ ਪ੍ਰੋਗਰਾਮ ਜਿਹੜਾ ਹੈ ਕਿ ਮੰਨ ਲਓ ਤੁਸੀਂ ਰਸਤੇ 'ਤੇ ਜਾ ਰਹੇ ਹੋ, ਅਗਰ ਤੁਹਾਡੇ ਕੋਲ ਉਸ ਕੰਪਨੀ ਦਾ ਬਾਈਕ ਹੈ ਤਾਂ ਤੁਸੀਂ ਕੀ ਕਰ ਸਕਦੇ ਹੋ? 350 ਰੁਪਏ ਦੇ ਕੇ
ਤੁਸੀਂ ਇਹਨਾਂ ਦੀ ਐਪ ਦੇ ਉੱਪਰ ਪਰ ਈਅਰ ਦਾ ਇੱਕ ਸਬਸਕ੍ਰਿਪਸ਼ਨ ਲੈ ਸਕਦੇ ਹੋ, ਜਿਹਦੇ ਵਿੱਚ ਕੀ ਹੋਏਗਾ, ਤੁਹਾਨੂੰ ਰੋਡ ਅਸਿਸਟੈਂਸ ਪ੍ਰੋਗਰਾਮ ਦਿੱਤਾ ਜਾਏਗਾ। ਕਿਸੇ ਵੀ ਤੁਹਾਡੀ ਬਾਈਕ ਖਰਾਬ ਹੁੰਦੀ ਹੈ ਤਾਂ ਤੁਸੀਂ ਉੱਥੇ ਟੋਲ ਫ੍ਰੀ ਨੰਬਰ 'ਤੇ ਕਾਲ ਕਰਕੇ ਤੁਸੀਂ ਕੀ ਹੈ ਜੀ ਉੱਥੇ ਪੁੱਛ ਸਕਦੇ ਹੋ। ਆਈ ਹੋਪ ਕਿ ਇਹ ਜਿਹੜੀ ਕੰਪਨੀ ਹੈ ਹੀਰੋ ਮੋਟੋਕੌਂਪ ਨੇ ਇਹ ਜਿਹੜਾ ਪ੍ਰੋਗਰਾਮ ਹੈ ਲਾਂਚ ਕੀਤਾ, ਇਹ ਤੁਸੀਂ ਨੋਟ ਕਰ ਲਓ, ਠੀਕ ਹੈ ਜੀ। ਹੀਰੋ ਮੋਟੋਕੌਂਪ, ਇਹ ਤੁਹਾਨੂੰ ਪਤਾ ਹੋਏਗਾ ਹੀਰੋ ਮੋਟੋਕੌਮਸ ਦੇ ਵਿੱਚ ਇੰਡੀਪੈਂਡੈਂਟ ਡਾਇਰੈਕਟਰ ਦੀ ਨਿਯੁਕਤੀ ਹੋਈ ਸੀ, ਜਿਨ੍ਹਾਂ ਦਾ ਨਾਮ ਸੀ BS ਧਨੋਆ। ਇਹ ਵੀ ਤੁਸੀਂ ਯਾਦ ਰੱਖਿਆ ਜੇ, ਹੁਣੇ ਇਹਨਾਂ ਨੂੰ BS ਧਨੋਆ ਜੀ ਨੂੰ ਡਾਇਰੈਕਟਰ ਬਣਾਇਆ ਗਿਆ ਸੀਗਾ, ਇਹ ਤੁਸੀਂ ਨੋਟ ਕਰ ਲੈਣਾ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਰੀਸੈਂਟਲੀ ਅਲਟਰਨੇਟਿਵ ਨੋਬਲ ਪ੍ਰਾਈਜ਼ ਜਿਹੜਾ ਹੈ ਉਹ ਦਿੱਤਾ ਗਿਆ ਜੀ ਕਿਹੜੀ ਪਰਸਨੈਲਿਟੀ ਨੂੰ। ਅਲਟਰਨੇਟਿਵ ਪ੍ਰਾਈਜ਼ ਜਿਹੜਾ ਹੈ ਸਵੀਡਨ ਦੀ ਇੱਕ ਕੰਪਨੀ ਦੇ ਦੁਆਰਾ ਦਿੱਤਾ ਜਾਂਦਾ ਹੈ, ਰਾਇਲ ਜਿਹੜੀ ਲੈਬੋਰਟਰੀ ਹੈ ਉਸ ਦੇ ਦੁਆਰਾ ਇਹ ਜਿਹੜਾ ਅਵਾਰਡ ਦਿੱਤਾ ਜਾਂਦਾ ਹੈ। ਤੇ ਇਹ ਜਿਹੜਾ ਅਵਾਰਡ ਹੈ ਇਹ ਕਿਹਨੂੰ ਦਿੱਤਾ ਗਿਆ ਜੀ, ਇਹ ਅਵਾਰਡ ਦਿੱਤਾ ਗਿਆ ਇੱਕ ਪਰਸਨ ਹੈਗੇ ਨੇ ਬ੍ਰਾਇਨ ਸਟੀਵਨਸਨ, ਉਹਨਾਂ ਨੂੰ ਇਹ ਅਵਾਰਡ ਦਿੱਤਾ ਗਿਆ, ਠੀਕ ਹੈ ਜੀ। ਇਹ ਤੁਸੀਂ ਨੋਟ ਕਰ ਲੈਣਾ। ਇਹ ਅਵਾਰਡ ਕਿਉਂ ਦਿੱਤਾ ਜਾਂਦਾ ਹੈ, ਕਿਉਂਕਿ ਇਹਨਾਂ ਨੇ ਜਿਹੜਾ ਅਵਾਰਡ ਹੈ, ਇਹ ਜਿਹੜਾ ਅਵਾਰਡ ਇਹਨਾਂ ਨੂੰ ਦਿੱਤਾ ਗਿਆ ਨੋਬਲ ਪ੍ਰਾਈਜ਼ ਹੈ, ਕਿਉਂਕਿ ਇਹਨਾਂ ਦੀ ਜਿਹੜਾ ਜਸਟਿਸ ਇਕੁਅਲ ਜਸਟਿਸ ਨਾਮ ਦੀ ਇੱਕ ਸੰਸਥਾ ਚਲਾ ਰਹੇ ਨੇ ਜਿਹੜਾ, ਤੇ ਇਹਨਾਂ ਨੇ ਰੇਸ਼ੀਅਲ ਜਿਹੜਾ ਆਪਾਂ ਕਿਸੇ ਨਾਲ ਭੇਦਭਾਵ ਕਰਦੇ ਹਾਂ, ਕਿਸੇ ਨਾਲ ਮਤਲਬ ਕਿਸੇ ਪਰਸਨ ਦੇ ਨਾਲ ਉਸ ਤਰ੍ਹਾਂ ਦਾ, ਕਿਉਂਕਿ ਇਹ ਬਲੈਕ ਪਰਸਨ ਨੇ। ਤੇ ਇਹਨਾਂ ਦੀ ਜਿਹੜੀ ਮੂਵੀ ਆਈ ਸੀ ਜਸਟ ਮਰਸੀ ਨਾਮ ਦੀ ਜਿਹੜੀ ਹਾਲੀਵੁੱਡ ਮੂਵੀ ਹੈ, ਉਸ ਦੇ ਮੂਵੀ ਦੇ ਆਧਾਰ ਦੇ ਉੱਪਰ ਤੇ ਇਹਨਾਂ ਦੀ ਜਿਹੜੀ ਸੰਸਥਾ ਦੇ ਆਧਾਰ ਪਰ ਸੋਸ਼ਲ ਵਰਕ ਕਰਨ ਵਾਸਤੇ ਇਹਨਾਂ ਨੂੰ ਸਵੀਡਿਸ਼ ਦੀ ਜਿਹੜੀ ਲੈਬੋਰਟਰੀ ਜਿਹੜੀ ਹੈਗੀ ਹੈ ਉਸ ਦੇ ਦੁਆਰਾ ਇਹ ਜਿਹੜਾ ਅਵਾਰਡ ਦਿੱਤਾ ਗਿਆ, ਜਿਹਨੂੰ ਅਲਟਰਨੇਟਿਵ ਨੋਬਲ ਪ੍ਰਾਈਜ਼ ਹੀ ਐਜ਼ ਏ ਮੰਨਿਆ ਜਾਂਦਾ ਹੈ, ਐਜ਼ ਏ ਨੋਬਲ ਪ੍ਰਾਈਜ਼ ਹੀ ਮੰਨਿਆ ਜਾਂਦਾ ਹੈ, ਠੀਕ ਹੈ ਜੀ। ਇਹ ਤੁਸੀਂ ਨੋਟ ਕਰ ਲੈਣਾ, ਸਟੀਵਸਨ, ਠੀਕ ਹੈ ਜੀ। ਮਾਰਿਕਾ ਲੂਕਾਸ ਨੂੰ ਜਿਹੜਾ ਤੁਹਾਨੂੰ ਪਤਾ ਹੈ ਬੁੱਕਰ ਪ੍ਰਾਈਜ਼ ਇਹਨਾਂ ਦੀ ਬੁੱਕ ਵਾਸਤੇ ਦਿੱਤਾ ਗਿਆ ਸੀ, ਮੈਂ ਤੁਹਾਨੂੰ ਪਿਛਲੀ ਵੀਡੀਓ ਵਿੱਚ ਦੱਸ ਚੁੱਕਿਆ। ਸੰਜੇ ਗਾਂਧੀ ਜੀ ਨੂੰ ਗਾਂਧੀ ਪੀਸ ਪ੍ਰਾਈਜ਼ ਦਿੱਤਾ ਜਾਏਗਾ। ਡੇਵਿਡ ਐਟਨਬਰਗ ਨੂੰ, ਇਹਨਾਂ ਨੂੰ ਜਿਹੜਾ ਇੰਦਰਾ ਗਾਂਧੀ ਪੀਸ ਪ੍ਰਾਈਜ਼ ਜਿਹੜਾ ਹੈ ਉਹ ਦਿੱਤਾ ਜਾਏਗਾ, ਠੀਕ ਹੈ ਜੀ। ਇਹ ਤੁਸੀਂ ਸਾਰੇ ਜਿਹੜੀਆਂ ਗੱਲਾਂ ਨੇ ਨੋਟ ਕਰ ਲਓ, ਠੀਕ ਹੈ ਜੀ। ਹਾਂਜੀ ਸਟੂਡੈਂਟ, ਨੈਕਸਟ ਕੁਐਸਚਨ ਤੇ ਆਪਾਂ ਆ ਜਾਈਏ ਤਾਂ ਗੱਲ ਕਰੀਏ ਵਾਟ ਇਜ਼ ਦਾ ਐਸਟੀਮੇਟਡ GDP ਗਰੋਥ ਰੇਟ ਫॉर ਦਾ ਫਾਈਨੈਂਸ਼ੀਅਲ ਈਅਰ। ਤੇ ਇਹ ਜਿਹੜਾ RBI ਸੰਸਥਾ ਜਿਹੜੀ ਸਾਡਾ ਬੈਂਕ ਹੈ, ਜਿਹੜਾ ਫਾਦਰ ਆਫ ਬੈਂਕਸ ਜਿਹਨੂੰ ਆਪਾਂ ਬੋਲਦੇ ਹਾਂ, ਇਸ ਬੈਂਕ ਦੇ ਦੁਆਰਾ ਸਾਡੇ ਇੰਡੀਆ ਦੀ GDP ਗਰੋਥ ਰੇਟ ਨੂੰ ਅਨੁਮਾਨਿਤ ਕੀਤਾ ਗਿਆ ਹੈ, ਉਹ ਕਿੰਨਾ ਹੈਗਾ ਜੀ। ਉਹ ਤੁਹਾਨੂੰ ਦੱਸ ਦਈਏ, ਇਹ ਜਿਹੜਾ ਗਰੋਥ ਰੇਟ ਹੈ ਇਹਦਾ ਇਹਨਾਂ ਨੇ ਦੱਸਿਆ -9.5% ਇਸ ਸਾਲ ਜਿਹੜਾ ਫਾਈਨੈਂਸ਼ੀਅਲ ਈਅਰ 20 ਤੇ 21 ਵਾਸਤੇ ਜਿਹੜਾ ਰਹੇਗਾ। ਤੇ ਇਹ ਸਾਰੀਆਂ ਸੰਸਥਾਵਾਂ ਲਗਭਗ ਹੁਣ ਦੱਸ ਰਹੀਆਂ ਨੇ। ਤੇ RBI ਜਿਹੜਾ ਬੈਂਕ ਹੈ ਜਿਸ ਦੇ 25ਵੇਂ ਗਵਰਨਰ ਹੈਗੇ ਨੇ ਸ਼ਕਤੀਕਾਂਤਾ ਦਾਸ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ ਹੈ। ਉਸ ਤੋਂ ਬਾਅਦ ਜਿਹੜਾ ਇਹਦਾ ਕੁਐਸਚਨ ਜਿਹੜਾ ਆ ਸਕਦਾ ਤੁਹਾਨੂੰ ਪੇਪਰਾਂ ਦੇ ਵਿੱਚ, ਉਹ ਆ ਸਕਦਾ ਜੀ ਇਹਦੇ ਗਵਰਨਰ ਸੀਗੇ ਉਰਜਿਤ ਪਟੇਲ, ਜਿਨ੍ਹਾਂ ਨੇ ਅਸਤੀਫਾ ਦਿੱਤਾ ਸੀਗਾ, ਠੀਕ ਹੈ ਜੀ। ਕੁਛ ਰੀਜ਼ਨ ਦੇ ਕਾਰਨ ਇਹਨਾਂ ਨੇ ਅਸਤੀਫਾ ਦਿੱਤਾ ਸੀ। ਹੁਣ ਇਹਨਾਂ ਦੀ ਇੱਕ ਬੁੱਕ ਆ ਰਹੀ ਹੈ, ਉਸ ਬੁੱਕ ਦਾ ਨਾਮ ਲਿਖ ਲਓ। ਉਸ ਬੁੱਕ ਦਾ ਨਾਮ ਹੈ, ਤੁਹਾਨੂੰ ਬੜੀ ਵਾਰੀ ਪੇਪਰਾਂ ਦੇ ਵਿੱਚ ਪੁੱਛਿਆ ਜਾਏਗਾ, ਓਵਰਡਰਾਫਟਿੰਗ ਸੇਵਿੰਗ ਦਾ ਇੰਡੀਅਨ ਸੇਵਰਸ। ਇਹ ਜਿਹੜੀ ਬੁੱਕ ਹੈ, ਇਸ ਬੁੱਕ ਦਾ ਲਿਖਿਆ ਹੈਗੀ ਉਰਜਿਤ ਪਟੇਲ ਦੇ ਦੁਆਰਾ। ਇੱਕ ਪਰਸਨ ਹੋਰ ਸੀਗੇ ਜਿਹੜੇ ਗਵਰਨਰ ਸੀਗੇ ਇਹਨਾਂ ਦੇ, ਉਹ ਸੀਗੇ ਜੀ ਵਾਇਰਲ ਆਚਾਰਿਆ ਜਿਹੜੇ ਪਰਸਨ ਨੇ, ਇਹਨਾਂ ਨੇ ਵੀ ਇੱਕ ਬੁੱਕ ਲਿਖੀ ਹੈ ਦ ਕੁਐਸਟ ਆਫ ਰੀਸਟੋਰਿੰਗ ਫਾਈਨੈਂਸ਼ੀਅਲ ਸਟੇਬਿਲਿਟੀ ਆਫ ਇੰਡੀਆ। ਇਹ ਕੁਐਸਟ ਆਫ ਰੀਸਟੋਰਿੰਗ ਆਫ ਫਾਈਨੈਂਸ਼ੀਅਲ ਸਟੇਬਿਲਿਟੀ ਆਫ ਇੰਡੀਆ, ਠੀਕ ਹੈ ਜੀ। ਇਹ ਬੁੱਕ ਜ਼ਰੂਰ ਲਿਖਣਾ। ਤੇ ਇਹਦੇ ਵਿੱਚ ਪੁੱਛਿਆ ਜਾ ਸਕਦਾ ਤੁਹਾਨੂੰ। ਤੇ ਇਹ ਕੁਝ ਸੰਸਥਾਵਾਂ ਹੋਰ ਹੈਗੀਆਂ ਨੇ ਜਿਨ੍ਹਾਂ ਨੇ ਹੁਣ, ਇੱਕ ਵਰਲਡ ਬੈਂਕ ਨੇ ਵੀ ਹੁਣੇ ਥੋੜ੍ਹੇ ਦਿਨ ਪਹਿਲਾਂ ਆਪਾਂ ਨੂੰ ਪਿਛਲੀ ਵੀਡੀਓਜ਼ ਦੇ ਵਿੱਚ ਮੈਂ ਦੱਸਿਆ ਸੀਗਾ, ਉਹਨਾਂ ਨੇ -9.6% ਦੱਸਿਆ ਸੀਗਾ ਵਰਲਡ ਬੈਂਕ ਦੇ ਦੁਆਰਾ। ਸਾਡਾ ਜਿਹੜਾ ਬੈਂਕ ਮੇਨ ਬੈਂਕ ਹੈ SBI ਬੈਂਕ ਹੈ, ਉਹਨੇ -10.9% ਦੱਸਿਆ ਸੀਗਾ। ਇਹ ਸਾਰੇ ਪੁਆਇੰਟ ਤੁਸੀਂ ਨੋਟ ਕਰ ਲੈਣਾ, ਕੋਈ ਵੀ ਪੁੱਛਿਆ ਜਾ ਸਕਦਾ ਹੈ। ਮੂਡੀ ਜਿਹੜੀ ਸੰਸਥਾ ਹੈ, ਸਭ ਤੋਂ ਵੱਡੀ ਜਿਹੜੀ ਸੰਸਥਾ ਹੈ, ਮੂਡੀ ਦੇ ਦੁਆਰਾ ਜਿਹੜਾ ਸਾਡਾ ਦੱਸਿਆ ਗਿਆ ਜੀ, ਇਹ -11.5% ਦੱਸਿਆ ਗਿਆ ਇਸੇ। ਤੇ ਉਸ ਤੋਂ ਬਾਅਦ ਸਭ ਤੋਂ ਵੱਡਾ ਜਿਹੜਾ ਨੈਸ਼ਨਲ ਸਟੈਟਿਸਟਿਕਸ ਆਫਿਸ ਜਿਹੜਾ ਸਾਡਾ NSO ਹੈ, ਇਹਨੇ -23% ਦੇ ਉੱਪਰ ਇੰਨਾ ਵੱਡਾ ਇਸ਼ੂ ਸਾਡਾ ਜਿਹੜਾ ਬਣਿਆ ਸੀਗਾ ਕਿ ਇੰਨੀ GDP ਗਰੋਥ ਰੇਟ ਡਿੱਗ ਚੁੱਕੀ ਹੈ, ਤੇ ਉਸ ਦੇ ਦੁਆਰਾ ਇਸ਼ੂ ਬਣਿਆ ਸੀਗਾ। ਇਹ ਤੁਸੀਂ ਯਾਦ ਕਰ ਲੈਣਾ, ਠੀਕ ਹੈ ਜੀ। ਤੇ ਆਈ ਹੋਪ ਕਿ RBI ਤੋਂ ਰਿਲੇਟਡ ਤੁਹਾਡੇ ਸਾਰੇ ਜਿਹੜੇ ਕੁਐਸਚਨ ਸਮਝ ਆ ਗਏ ਹੋਣਗੇ। RBI ਦਾ ਹੈੱਡਕੁਆਟਰ ਤੁਹਾਨੂੰ ਮੁੰਬਈ ਦੇ ਵਿੱਚ ਵੇਖਣ ਨੂੰ ਮਿਲੇਗਾ, ਠੀਕ ਹੈ ਜੀ। ਇਹ ਤੁਸੀਂ ਨੋਟ ਕਰ ਲੈਣਾ।
ਆਪਾਂ ਨੈਕਸਟ ਕੁਐਸਚਨ ਦੇ ਉੱਪਰ ਚਲੀਏ। ਵਿਚ ਕੰਟਰੀ ਹੈਜ਼ ਬਿਕਮ ਦਾ ਫਸਟ ਅਪਰੂਵ ਦਾ ਜੈਨੇਟਿਕਲੀ ਮੋਡੀਫਾਈਡ ਵੀਟ। ਪਹਿਲੀ ਪੂਰੇ ਵਰਲਡ ਦੇ ਵਿੱਚ ਪਹਿਲਾ ਦੇਸ਼ ਬਣਿਆ ਜਿਹਨੇ ਜੈਨੇਟਿਕਲੀ ਮੋਡੀਫਾਈਡ ਵੀਟ ਨਾਮ ਜਿਹੜਾ ਹੈ ਉਹ ਦਿੱਤਾ ਹੈ। ਅਤੇ ਉਹ ਜਿਹੜਾ ਵੀਟ ਹੈ ਉਹ ਕਿਹੜਾ ਦੇਸ਼ ਹੈ? ਉਹ ਹੈਗਾ ਜੀ ਕਿਆ ਅਰਜਨਟੀਨਾ, ਬ੍ਰਾਜ਼ੀਲ ਜਾਂ ਸਵਿਟਜ਼ਰਲੈਂਡ ਜਾਂ ਚਾਈਨਾ। ਅਤੇ ਇਸ ਦਾ ਰਾਈਟ ਆਨਸਰ ਹੈ ਅਰਜਨਟੀਨਾ ਦੇ ਦੁਆਰਾ ਇਸ ਜੈਨੇਟਿਕਲੀ ਮੋਡੀਫਾਈਡ ਜਿਹੜਾ ਇਹ ਵੀਟ ਹੈ ਇਹ ਦਿੱਤਾ ਜਾ ਰਿਹਾ, ਇਸ ਨੂੰ ਬਣਾਇਆ। ਅਤੇ ਉਸਦੇ ਅਰਜਨਟੀਨਾ ਦੀ ਆਪਾਂ ਗੱਲ ਕਰੀਏ ਤਾਂ ਅਰਜਨਟੀਨਾ ਦੇ ਅਰਜਨਟੀਨਾ ਦੀ ਮੈਂ ਗੱਲ ਕਰਾਂ ਤਾਂ ਇਹਦੀ ਜਿਹੜੀ ਕੈਪੀਟਲ ਹੈ ਉਹ ਹੈ ਬਿਊਨਸ ਐਰਸ, ਇਹ ਤੁਸੀਂ ਯਾਦ ਰੱਖਣਾ ਹੈ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਅਰਜਨਟੀਨਾ ਦੇ ਜਿਹੜੇ ਇੱਥੇ ਕਰੰਸੀ ਹੈ ਉਹ ਚੱਲਦੀ ਹੈ ਪੀਸੋ। ਬੜੀ ਵਾਰੀ ਪੇਪਰਾਂ ਦੇ ਵਿੱਚ ਵੈਰੀ ਇੰਪੋਰਟੈਂਟ ਹੈ, ਬੜੀ ਵਾਰੀ ਪੇਪਰਾਂ ਦੇ ਵਿੱਚ ਪੁੱਛੀ ਜਾਂਦੀ ਹੈ। ਅਤੇ ਐਲਬਰਟ ਫਰਨੈਂਡਿਸ ਜਿਹੜੇ ਪ੍ਰੈਜ਼ੀਡੈਂਟ ਨੇ ਐਲਬਰਟ ਫਰਨੈਂਡਿਸ ਜਿਹੜੇ ਇਹਦੇ ਪ੍ਰੈਜ਼ੀਡੈਂਟ ਨੇ, ਇਹ ਤੁਸੀਂ ਨੋਟ ਕਰਕੇ ਰੱਖਣਾ ਹੈ, ਠੀਕ ਹੈ ਜੀ। ਇਹ ਤੁਸੀਂ ਮੇਨਲੀ ਯਾਦ ਰੱਖਿਆ ਜੀ। ਬ੍ਰਾਜ਼ੀਲ ਦੇ ਬਾਰੇ ਵੀ ਤੁਸੀਂ ਕਿਉਂਕਿ ਇਹਦਾ ਪੜੋਸੀ ਦੇਸ਼ ਹੈ। ਅਤੇ ਇਹ ਦੋਨੇ ਦੇਸ਼ ਜਿਹੜੇ ਨੇ ਲੈਟਿਨ ਅਮਰੀਕਾ ਦੇ ਵਿੱਚ ਪੈਂਦੇ ਨੇ। ਲੈਟਿਨ ਅਮਰੀਕਾ ਕਿਹੜਾ ਅਮਰੀਕਾ? ਕਿਉਂਕਿ ਇੱਥੇ ਸਪੈਨਿਸ਼ ਬੋਲੀ ਜਾਂਦੀ ਹੈ, ਮੈਕਸੀਮਮ ਸਪੈਨਿਸ਼ ਪੁਰਾਣੇ ਟਾਈਮ ਦੇ ਵਿੱਚ ਸਪੇਨ ਨੇ ਇਹਦੇ ਉੱਪਰ ਰਾਜ ਕੀਤਾ ਸੀਗਾ। ਅਤੇ ਸਾਊਥ ਅਮਰੀਕਾ ਜਿਹੜਾ ਹੈ ਉਸ ਨੂੰ ਆਪਾਂ ਲੈਟਿਨ ਅਮਰੀਕਾ ਦੇ ਨਾਮ ਨਾਲ ਜਾਣਦੇ ਹਾਂ, ਠੀਕ ਹੈ ਜੀ। ਅਤੇ ਉਸ ਦੇ ਵਿੱਚ ਸਭ ਤੋਂ ਵੱਡਾ ਦੇਸ਼ ਜਿਹੜਾ ਹੈ ਉਹ ਹੈਗਾ ਜੀ ਬ੍ਰਾਜ਼ੀਲ। ਇਹ ਬੜੇ ਵਾਰ ਪੇਪਰਾਂ ਵਿੱਚ ਪੁੱਛਿਆ ਜਾਂਦਾ ਹੈ। ਅਤੇ ਇੱਥੇ ਇੱਕ ਨਦੀ ਦਾ ਨਾਮ ਹੈ ਐਮਾਜ਼ੋਨ ਰਿਵਰ ਦੇ ਬਾਰੇ ਬੜੀ ਵਾਰੀ ਪੇਪਰਾਂ 'ਚ ਪੁੱਛਿਆ ਜਾਂਦਾ ਕਿ ਐਮਾਜ਼ੋਨ ਰਿਵਰ ਕਿੱਥੋਂ ਟਰੈਵਲ ਕਰਦੀ ਹੈ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ। ਦੁਨੀਆ ਦੀ ਸਭ ਤੋਂ ਚੌੜੀ ਨਦੀ ਇਹ ਹੈਗੀ ਹੈ ਐਮਾਜ਼ੋਨ ਰਿਵਰ। ਸਭ ਤੋਂ ਲੰਬੀ ਨਦੀ ਜਿਹੜੀ ਹੈਗੀ ਹੈ ਉਹ ਹੈਗੀ ਹੈ ਜੀ ਨੀਲ ਨਦੀ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ ਹੈ। ਅਤੇ ਇੰਡੀਆ ਦੀ ਸਭ ਤੋਂ ਵੱਡੀ ਗੰਗਾ ਨਦੀ ਹੈ, ਇਹ ਤੁਸੀਂ ਯਾਦ ਰੱਖਿਆ ਜੀ 25 ਕਿਲੋਮੀਟਰ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ ਹੈ। ਅਤੇ ਇਹਦੇ ਵਿੱਚ ਇੱਕ ਕੁਐਸਚਨ ਹੋਰ ਪੁੱਛਿਆ ਜਾ ਸਕਦਾ ਨਦੀਆਂ ਦੇ ਵਿੱਚ ਤੁਹਾਨੂੰ ਪੁੱਛਿਆ ਜਾ ਸਕਦਾ ਕਿ ਸਾਊਥ ਇੰਡੀਆ ਦੀ ਸਭ ਤੋਂ ਵੱਡੀ ਨਦੀ ਹੈ ਗੋਦਾਵਰੀ, ਠੀਕ ਹੈ ਜੀ, 1465 ਕਿਲੋਮੀਟਰ। ਇਹ ਤੁਸੀਂ ਯਾਦ ਰੱਖਣਾ ਹੈ। ਉਸ ਤੋਂ ਬਾਅਦ ਆਪਾਂ ਅੱਗੇ ਆਪਣੇ ਕੁਐਸਚਨ ਨੂੰ ਵੇਖਦੇ ਹਾਂ। ਵਟ ਵਿਲ ਬੀ ਦੀ ਨਿਊ ਬ੍ਰਾਂਡ ਨੇਮ ਆਫ ਦਾ ਇੰਡੀਅਨ ਪਾਇਨੀਅਰ ਕਾਟਨ ਇਨ ਦੀ। ਹੁਣ ਦੇਖੋ ਜੀ ਜਿਹੜਾ ਇੰਡੀਆ ਦਾ ਨਵਾਂ, ਕਿਉਂਕਿ ਪਹਿਲੇ BT ਕਾਟਨ ਨਾਮ ਦੇ ਜਿਹੜੇ ਹੁਣ ਕਾਫੀ ਫੋਰਨ ਕੰਪਨੀ ਦੇ ਜਿਹੜੇ ਬੀਜ ਅਸੀਂ ਯੂਜ਼ ਕਰਦੇ ਸੀ, ਹੁਣ ਸਾਡਾ ਆਪਣਾ ਜਿਹੜਾ ਕਾਟਨ ਦਾ ਕੀ ਹੋ ਗਿਆ, ਆਪਣਾ ਖੁਦ ਦਾ ਆਪਣਾ ਬ੍ਰਾਂਡ ਨੇਮ ਆ ਗਿਆ। ਅਤੇ ਉਸ ਬ੍ਰਾਂਡ ਨੇਮ ਦੇ ਅਕੋਰਡਿੰਗ ਹੀ ਹੁਣ ਇਹ ਜਿਹੜਾ ਬ੍ਰਾਂਡ ਨੇਮ ਹੈ ਇਹ ਕਿਸ ਦੇ ਦੁਆਰਾ ਲਾਂਚ ਕੀਤਾ ਗਿਆ ਅਤੇ ਇਹ ਸਾਡਾ ਜਿਹੜਾ ਟੈਕਸਟਾਈਲ ਮਿਨਿਸਟਰ ਹੈਗੇ ਨੇ ਜਿਹੜੇ ਸਮ੍ਰਿਤੀ ਇਰਾਨੀ ਦੇ ਦੁਆਰਾ ਟੈਕਸਟਾਈਲ ਮਿਨਿਸਟਰ ਦੇ ਦੁਆਰਾ ਇਸ ਨੂੰ ਜਿਹੜਾ ਆਪਾਂ ਡੇ ਮਨਾਇਆ ਸੀ 7 ਅਕਤੂਬਰ ਜਿਹੜਾ ਵਰਲਡ ਕੋਟਨ ਡੇ ਦੇ ਦਿਨ ਇਸ ਨੂੰ ਨਿਊ ਬ੍ਰਾਂਡ ਨੇਮ ਜਿਹੜਾ ਕੋਟਨ ਦਾ ਉਸ ਨੂੰ ਲਾਂਚ ਕੀਤਾ ਸੀਗਾ। ਅਤੇ ਇਸ ਦਾ ਨਾਮ ਸੀਗਾ ਕਸਤੂਰੀ ਕਾਟਨ। ਆਈ ਹੋਪ ਕਿ ਤੁਹਾਨੂੰ ਇਹ ਕੁਐਸਚਨ ਕਵਰ ਹੋ ਗਿਆ ਹੋਵੇਗਾ। ਕਸਤੂਰੀ ਕਾਟਨ ਦੇ ਨਾਮ ਤੋਂ ਇਹ ਤੁਸੀਂ ਯਾਦ ਰੱਖਣਾ ਹੈ। ਆਈ ਹੋਪ ਕਿ ਤੁਹਾਨੂੰ ਸਾਰਿਆਂ ਨੂੰ ਸਮਝ ਆ ਗਿਆ ਹੋਵੇਗਾ। ਇਹਦੇ ਵਿੱਚ ਕੀ ਹੈ ਜੀ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੇ ਵਿੱਚ ਟ੍ਰੇਡ ਕਰਨ ਵਾਸਤੇ ਸਾਡਾ ਕਸਤੂਰੀ ਕਾਟਨ ਦੇ ਨਾਮ ਤੋਂ ਹੁਣ ਇਹ ਜਿਹੜਾ ਲੋਗੋ ਹੈ ਇਹ ਸਪੈਸ਼ਲ ਮੈਂਸ਼ਨ ਹੋਏਗਾ ਸਾਰੀ ਥਾਂ ਦੇ ਪੂਰੇ ਵਰਲਡ ਦੇ ਵਿੱਚ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ ਹੈ। ਅਤੇ ਵਰਲਡ WTO ਜਿਹੜਾ ਹੈ ਇਸ ਨੂੰ ਇਹ ਕਦੋਂ ਬਣਿਆ ਸੀਗਾ? 1995 ਦੇ ਵਿੱਚ ਬਣਿਆ ਸੀਗਾ। ਇਹ ਤੁਸੀਂ ਯਾਦ ਰੱਖਣਾ ਹੈ। ਰੋਬਰਟ ਐਜ਼ਵੈਡੋ ਜਿਹੜੇ ਇਹਦੇ ਕੀ ਨੇ ਪ੍ਰੈਜ਼ੀਡੈਂਟ ਨੇ। ਅਤੇ ਇਹ ਗੈਟ ਨਾਮ ਦੀ ਸੰਸਥਾ ਨੂੰ ਰਿਪਲੇਸ ਕਰਕੇ WTO ਬਣਾਇਆ ਗਿਆ ਸੀ। ਇਹਦੇ ਵਿੱਚ T ਦਾ ਕੁਐਸਚਨ ਜਿਹੜਾ ਬੜੀ ਵਾਰ ਪੁੱਛਿਆ ਜਾਂਦਾ। ਟ੍ਰੇਡ ਐਂਡ ਟੈਰਿਫਸ ਇਹਨੂੰ ਬੋਲਦੇ ਆ, ਗਰੁੱਪ ਆਫ ਐਸੋਸੀਏਸ਼ਨ ਟ੍ਰੇਡ ਐਂਡ ਟੈਰਿਫਸ, ਠੀਕ ਹੈ ਜੀ। ਇਹ ਗੈਟ ਜਿਹੜਾ ਹੈ ਇਸ ਨੂੰ ਯਾਦ ਰੱਖਿਆ। T ਦੇ ਬਾਰੇ ਪੇਪਰਾਂ 'ਚ ਕੁਐਸਚਨ ਪੁੱਛਿਆ ਜਾਂਦਾ ਹੈ, ਟ੍ਰੇਡ ਐਂਡ ਟੈਰਿਫਸ, ਇਹ ਤੁਸੀਂ ਯਾਦ ਰੱਖਣਾ ਹੈ। ਉਸ ਤੋਂ ਬਾਅਦ ਆਪਾਂ ਨੈਕਸਟ ਕੁਐਸਚਨ ਦੀ ਗੱਲ ਕਰੀਏ। ਵਿਚ ਇੰਡੀਅਨ ਬਿਜ਼ਨਸਮੈਨ ਐਂਟਰ ਟੂ ਦਾ 2020 ਫੋਰਬਸ ਇੰਡੀਆ ਰਿਚ ਲਿਸਟ 2020। ਹੁਣ ਤੁਸੀਂ ਸਭ ਤੋਂ ਪਹਿਲਾਂ ਜਿਹੜੀ ਫੋਰਬਸ ਦੀ ਲਿਸਟ ਨਿਕਲਦੀ ਹੈ ਇੰਡੀਆ ਦੇ ਰਿਚ ਪਰਸਨ, ਇਹਦੇ ਵਿੱਚ ਤੁਸੀਂ ਯਾਦ ਰੱਖੋ, ਤੁਹਾਨੂੰ ਸਾਰਿਆਂ ਨੂੰ ਪਤਾ ਹੋਏਗਾ ਕਿ ਮੁਕੇਸ਼ ਅੰਬਾਨੀ ਸਭ ਤੋਂ ਵੱਡੇ 13 ਸਾਲ ਹੋ ਗਏ ਲਗਾਤਾਰ ਇਹਨਾਂ ਨੂੰ ਰਿਚ ਲਿਸਟ ਦੇ ਵਿੱਚ ਟੌਪ 'ਤੇ ਆਉਂਦੇ ਹੋਏ। ਉਸ ਤੋਂ ਬਾਅਦ ਗੌਤਮ ਅੰਡਾਨੀ ਜਿਹੜੇ ਸੈਕਿੰਡ ਨੰਬਰ 'ਤੇ ਨੇ। ਅਤੇ ਉਸ ਤੋਂ ਬਾਅਦ ਜਿਹੜੇ ਸ਼ਿਵ ਨਾਦਾਰ ਨੇ ਇਹ 3rd ਪਰਸਨ, ਠੀਕ ਹੈ ਜੀ। ਉਸ ਤੋਂ ਬਾਅਦ ਹੁਣ ਟੌਪ 20 ਨਹੀਂ, ਟੌਪ ਇੱਥੇ 10 ਹੈ, ਸੌਰੀ ਇੱਥੇ 10 ਦੇ ਵਿੱਚ ਫੋਰਬਸ ਦੀ ਪਹਿਲੀ ਵਾਰੀ ਸਾਈਪਰਸ ਪੂਨੇ ਵਾਲਾ ਜਿਹੜੇ ਪਰਸਨ ਨੇ ਇਹ ਪਹਿਲੀ ਟੌਪ 10 ਦੇ ਵਿੱਚ ਫਸਟ ਟਾਈਮ ਇਨਕਲੂਡ ਹੋਏ ਨੇ। ਇਹ ਤੁਸੀਂ ਯਾਦ ਰੱਖਣਾ ਹੈ। ਇਹ ਪੇਪਰਾਂ ਦੇ ਵਿੱਚ ਕੁਐਸਚਨ ਬਣ ਸਕਦਾ ਹੈ, ਤੁਸੀਂ ਇਸ ਗੱਲ ਨੂੰ ਨੋਟ ਕਰਕੇ ਰੱਖਣਾ ਹੈ। ਆਈ ਹੋਪ ਕਿ ਤੁਹਾਨੂੰ ਸਾਰਿਆਂ ਨੂੰ ਸਮਝ ਆ ਗਿਆ ਹੋਵੇਗਾ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਨੈਕਸਟ ਕੁਐਸਚਨ ਦੇ ਉੱਪਰ ਜਾ ਕੇ। ਉਸ ਤੋਂ ਬਾਅਦ ਦੇਖੋ ਇਨ ਵਿਚ ਕੰਟਰੀ WEF ਜਿਹੜਾ ਵਰਲਡ ਇਕਨੋਮਿਕ ਫੋਰਮ ਹੈ, ਵਰਲਡ ਇਕਨੋਮਿਕ ਫੋਰਮ ਕਿਹਦੀ ਸੰਸਥਾ ਹੈ ਜੀ? ਵਰਲਡ ਬੈਂਕ ਦੀ ਸੰਸਥਾ ਹੈਗੀ ਹੈ। ਡੈਵੋਸ ਦੇ ਵਿੱਚ ਇਹਦਾ ਹੈੱਡਕੁਆਟਰ ਹੈ। ਇਹ ਤੁਸੀਂ ਯਾਦ ਰੱਖਣਾ, ਠੀਕ ਹੈ ਜੀ। ਇਹਦੀ ਐਨੂਅਲ ਮੀਟਿੰਗ ਹੁੰਦੀ ਹੈ। ਜਿਹੜੀ ਮੀਟਿੰਗ 2021 ਦੀ ਇਹ ਕਿੱਥੇ ਹੋਈ ਸੀ? ਇਹ ਤੁਹਾਨੂੰ ਪੁੱਛਿਆ ਜਾ ਸਕਦਾ ਹੈ। ਇਹਦੀ ਐਨੂਅਲ ਜਿਹੜੀ ਮੀਟਿੰਗ ਹੈ ਉਹ ਕਿੱਥੇ ਹੋਈ ਸੀ? ਅਤੇ ਇਹਦੀ ਜਿਹੜੀ ਐਨੂਅਲ ਮੀਟਿੰਗ ਹੈ ਜੀ ਉਹ ਹੋਈ ਸੀ ਸਵਿਟਜ਼ਰਲੈਂਡ ਦੇ ਵਿੱਚ, ਠੀਕ ਹੈ ਜੀ। ਸਵਿਟਜ਼ਰਲੈਂਡ ਦੇ ਵਿੱਚ ਇਹ ਜਿਹੜੀ ਇਹਦੀ ਐਨੂਅਲ ਮੀਟਿੰਗ ਹੋਈ ਸੀ, ਇਸ ਨੂੰ ਤੁਸੀਂ ਯਾਦ ਰੱਖਣਾ ਹੈ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਅਤੇ ਜਿਹੜਾ WEF ਹੈ,
ਜਿਹੜਾ WT ਜਿਹੜਾ F ਹੈ ਇਹਦਾ ਹੈੱਡਕੁਆਟਰ ਹੈ ਇਹ, ਸੌਰੀ ਮੈਂ ਤੁਹਾਨੂੰ ਇੱਥੇ ਗਲਤ ਦੱਸਤਾ ਥੋੜ੍ਹਾ, ਕਲੌਂਜੀ ਜਿਹੜਾ ਇਹਦਾ ਇੱਕ ਪਲੇਸ ਹੈ ਕਲੌਂਜੀ, ਉਹ ਹੈਗਾ ਸਵਿਟਜ਼ਰਲੈਂਡ ਦੇ ਵਿੱਚ, ਠੀਕ ਹੈ ਜੀ, ਸਵਿਟਜ਼ਰਲੈਂਡ ਦੇ ਵਿੱਚ ਹੈ। ਉਸ ਥਾਂ ਦੇ ਉੱਪਰ ਜਿਹੜਾ ਇਹਦਾ ਹੈੱਡਕੁਆਟਰ ਹੈਗਾ, ਇਸ ਨੂੰ ਥੋੜ੍ਹਾ ਨੋਟ ਕਰ ਲਓ ਥੋੜ੍ਹਾ ਜਿਹਾ ਸਹੀ। ਅਤੇ ਉਸ ਤੋਂ ਬਾਅਦ ਇਹਦਾ ਪੁੱਛਿਆ ਜਾਂਦਾ ਤੁਹਾਨੂੰ ਜੀ, ਇਹਦੇ ਜਿਹੜੇ ਆਪਣੇ ਪਰਸਨ ਜਿਹੜੇ ਪ੍ਰੈਜ਼ੀਡੈਂਟ ਪਰਸਨ ਪੁੱਛੇ ਜਾ ਸਕਦੇ ਨੇ ਤੁਹਾਨੂੰ, ਪ੍ਰੈਜ਼ੀਡੈਂਟ ਪਰਸਨ ਕੌਣ ਨੇ, ਉਹ ਹੈਗੇ ਨੇ ਕੈਲੋਸ ਸ਼ਵਾਬ, ਠੀਕ ਹੈ ਜੀ। ਸ਼ਵਾਬ ਇਹਦੇ ਪਰਸਨ ਕੀ ਨੇ, KLOUS, ਠੀਕ ਹੈ ਜੀ, ਕੈਲੋਸ ਸ਼ਵਾਬ ਇਹ ਜਿਹੜੇ ਪਰਸਨ ਨੇ ਇਹਦੇ ਕੀ ਨੇ ਜੀ। ਅਤੇ ਜਿਹੜਾ ਸਵਿਟਜ਼ਰਲੈਂਡ ਇਹਦੀ ਰਾਜਧਾਨੀ ਜਨੇਵਾ ਹੈਗੀ ਹੈ, ਇਹ ਤੁਸੀਂ ਯਾਦ ਰੱਖਣਾ ਹੈ। ਸਭ ਤੋਂ ਮਹਿੰਗਾ ਦੇਸ਼ ਹੈ ਪੂਰੀ ਦੁਨੀਆ ਦੇ ਵਿੱਚ, ਇਹ ਵੀ ਤੁਸੀਂ ਨੋਟ ਕਰਕੇ ਰੱਖਣਾ ਹੈ। ਅਤੇ ਵਰਲਡ ਇਕਨੋਮਿਕ ਜਿਹੜਾ ਫੋਰਮ ਹੈ, ਵਰਲਡ ਇਕਨੋਮਿਕ ਫੋਰਮ ਦੀ ਜਿਹੜੀ ਮੀਟਿੰਗ ਹੈ ਇਹ ਤੁਸੀਂ ਯਾਦ ਰੱਖਣੀ ਹੈ 2021 ਵਾਲੀ, ਇਹ ਸਵਿਟਜ਼ਰਲੈਂਡ ਦੇ ਵਿੱਚ ਹੋਣੀ ਹੈ। 1971 ਦੇ ਵਿੱਚ ਇਹ ਸੰਸਥਾ ਬਣੀ ਸੀ, ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਿਆ ਜੀ। ਇਹਨਾਂ ਨੇ ਵਰਲਡ ਇਕਨੋਮਿਕ ਫੋਰਮ ਨੇ ਇੱਕ ਕ੍ਰਿਸਟਲ ਅਵਾਰਡ ਦਿੱਤਾ ਸੀ ਦੀਪਿਕਾ ਪਾਦੂਕੋਨ ਨੂੰ ਇਹ ਅਵਾਰਡ ਦਿੱਤਾ ਸੀਗਾ। ਕਾਹਦੇ ਵਾਸਤੇ ਜੀ, ਡਿਪਰੈਸ਼ਨ ਦੇ ਵਾਸਤੇ, ਅਵੇਅਰਨੈਸ ਫੈਲਾਉਣ ਵਾਸਤੇ, ਡਿਪਰੈਸ਼ਨ ਦੇ ਵਿੱਚ ਜਿਹੜੇ ਪਰਸਨ ਉਹਨਾਂ ਨੂੰ ਅਵੇਅਰ ਕਰਨ ਵਾਸਤੇ ਦੀਪਿਕਾ ਪਾਦੂਕੋਨ ਨੂੰ ਇਹ ਅਵਾਰਡ ਦਿੱਤਾ ਸੀਗਾ, ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਿਆ ਜੀ। ਇਸ ਤੋਂ ਬਾਅਦ ਆਪਾਂ ਗੱਲ ਕਰੀਏ, ਇਹ ਸੰਸਥਾ ਇੱਕ ਕੀ ਕਰਦੀ ਹੈ ਜੀ, ਇੱਕ ਗਲੋਬਲ ਐਨਰਜੀ ਟ੍ਰਾਂਜੀਸ਼ਨ ਨਾਮ ਦਾ ਇੰਡੈਕਸ ਜਾਰੀ ਕਰਦੀ ਹੈ, ਗਲੋਬਲ ਐਨਰਜੀ ਟ੍ਰਾਂਜੀਸ਼ਨ ਨਾਮ ਦਾ ਇੰਡੈਕਸ ਜਾਰੀ ਕਰਦੀ ਹੈ, ਜਿਹਦੇ ਵਿੱਚ ਸਭ ਤੋਂ ਟੌਪ 'ਤੇ ਸੀਗਾ ਜੀ ਸਵੀਡਨ ਕੰਟਰੀ। ਅਤੇ ਉਸ ਤੋਂ ਬਾਅਦ ਇੰਡੀਆ ਦਾ ਰੈਂਕ ਉਹਦੇ ਵਿੱਚ ਹੈਗਾ ਸੀ 74th ਰੈਂਕ, ਠੀਕ ਹੈ ਜੀ, ਇਹ ਤੁਸੀਂ ਨੋਟ ਕਰ ਲੈਣਾ। ਇੱਕ ਟੈਲੈਂਟ ਇੰਡੈਕਸ ਆਉਂਦਾ ਜੀ, ਗਲੋਬਲ ਟੈਲੈਂਟ ਇੰਡੈਕਸ ਜਿਹੜਾ ਆਉਂਦਾ, ਕੰਪੀਟੀਟਿਵ ਇੰਡੈਕਸ ਜਿਹੜਾ ਇਕੋਨਮੀ ਦੇ ਬੇਸ 'ਤੇ, ਉਸ ਇੰਡੈਕਸ ਦੇ ਵਿੱਚ ਸਵਿਟਜ਼ਰਲੈਂਡ ਸਭ ਤੋਂ ਟੌਪ ਦੇ ਉੱਪਰ ਸੀਗਾ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਇੰਡੀਆ ਦਾ ਰੈਂਕ ਉਹਦੇ ਵਿੱਚ 72 ਸੀਗਾ, ਠੀਕ ਹੈ ਜੀ, 72, ਇਹ ਤੁਸੀਂ ਨੋਟ ਕਰ ਲੈਣਾ। ਅਤੇ ਇਹ ਇਸ ਦਾ ਜਿਹੜਾ ਮੇਨ ਕੁਐਸਚਨ ਸੀਗਾ, ਇਹ ਤੁਹਾਨੂੰ ਪੁੱਛਿਆ ਜਾ ਸਕਦਾ, ਜਿਹੜੀ ਹੁਣ 2021 ਦੇ ਵਿੱਚ ਜਿਹੜੀ ਮੀਟਿੰਗ ਹੋਣੀ ਆ ਉਹ ਕਿਹੜਾ ਸੀਗਾ ਜੀ, ਉਹ 51 ਨੰਬਰ ਦਾ ਐਡੀਸ਼ਨ ਸੀਗਾ ਜਿਹੜਾ ਹੋਣ ਜਾ ਰਿਹਾ ਹੈ, ਠੀਕ ਹੈ ਜੀ, ਇਹ ਤੁਸੀਂ ਨੋਟ ਕਰਨਾ ਹੈ। ਆਈ ਹੋਪ ਕਿ ਇਹ ਜਿਹੜਾ ਇਹ 2021 ਦੇ ਵਿੱਚ ਜਿਹੜੀ ਮੀਟਿੰਗ ਹੈ ਇਹ ਮਈ ਦੇ ਮਹੀਨੇ ਦੇ ਵਿੱਚ ਹੋਵੇਗੀ, ਇਹ ਵੀ ਤੁਸੀਂ ਨੋਟ ਕਰ ਲੈਣਾ। ਉਸ ਤੋਂ ਬਾਅਦ ਆਪਾਂ ਸੈਕਿੰਡ ਜਿਹੜਾ ਕੁਐਸਚਨ ਦੇ ਉੱਪਰ ਆਈਏ, ਤਾਂ ਪਹਿਲਾ ਕੁਐਸਚਨ ਇਹ ਬਣਦਾ ਜੀ ਕਿ ਜਿਹੜਾ ਕੇਰਲਾ ਦਾ ਫਸਟ ਮੇਗਾ ਫੂਡ ਪਾਰਕ ਹੈ ਉਹ ਕੇਰਲਾ ਦੇ ਕਿਹੜੇ ਡਿਸਟ੍ਰਿਕਟ ਦੇ ਵਿੱਚ ਬਣਾਇਆ ਗਿਆ, ਠੀਕ ਹੈ ਜੀ, ਕਿਹੜੇ ਡਿਸਟ੍ਰਿਕਟ ਦੇ ਵਿੱਚ। ਹਿੰਦੀ ਵਾਲੇ ਸਟੂਡੈਂਟ ਹਿੰਦੀ ਵਾਲੀ ਸਟੇਟਮੈਂਟ ਪੜ੍ਹ ਲਓ, ਅਤੇ ਕਿਹੜੇ ਡਿਸਟ੍ਰਿਕਟ ਦੇ ਵਿੱਚ ਇਹ ਬਣਾਇਆ ਗਿਆ। ਅਤੇ ਇਸ ਦਾ ਜਿਹੜਾ ਮੇਨ ਜਿਹੜਾ 4 ਡਿਸਟ੍ਰਿਕਟ ਤੁਹਾਨੂੰ ਦਿੱਤੇ ਹੋਏ ਨੇ, ਜਿਹਦੇ ਵਿੱਚ ਪਲੱਕੜ ਨਾਮ ਦਾ ਜਿਹੜਾ ਡਿਸਟ੍ਰਿਕਟ ਹੈ ਇਹਨਾਂ ਦਾ, ਇੱਥੇ ਇਹ ਬਣਾਇਆ ਗਿਆ। ਇਹ ਕੇਰਲਾ ਦਾ ਪਹਿਲਾ ਫੂਡ ਪ੍ਰੋਸੈਸਿੰਗ ਨੂੰ ਬੜਾਵਾ ਦੇਣ ਵਾਸਤੇ ਪਹਿਲਾ ਜਿਹੜਾ ਫੂਡ ਪਾਰਕ ਹੈ ਜਿਹੜਾ ਪਲੱਕੜ ਦੇ ਵਿੱਚ ਬਣਾਇਆ ਜਾ ਰਿਹਾ, ਅਤੇ ਇਹ ਯਾਦ ਰੱਖਣਾ ਤੁਸੀਂ। ਤੁਹਾਨੂੰ ਪਤਾ ਜੀ ਇੱਥੇ ਕਮਿਊਨਿਸਟ ਪਾਰਟੀ ਦੀ ਸਰਕਾਰ ਹੈ, ਅਤੇ ਇੱਥੇ ਦੇ ਜਿਹੜੇ CM ਨੇ ਤੁਹਾਨੂੰ ਪੁੱਛੇ ਜਾ ਸਕਦੇ ਨੇ, CM ਪੁੱਛੇ ਜਾ ਸਕਦੇ ਨੇ, ਠੀਕ ਹੈ ਜੀ। ਅਤੇ ਉੱਥੋਂ ਤੁਹਾਨੂੰ ਪਤਾ ਹੋਏਗਾ ਜਿਹੜੇ ਇੱਥੇ ਇੱਕ ਜਿਹੜਾ ਇੰਡੀਆ ਦਾ ਪਹਿਲਾ ਇੱਥੇ ਪੁੱਛਿਆ ਜਾ ਸਕਦਾ ਕਿ ਇਹ ਤਾਂ ਕੇਰਲਾ ਦਾ ਪਹਿਲਾ ਹੋ ਗਿਆ ਨਾ ਪਲੱਕੜ, ਅਤੇ ਇੱਥੇ ਕਈ ਵਾਰੀ ਪੁੱਛਿਆ ਜਾ ਸਕਦਾ ਫੂਡ ਪ੍ਰੋਸੈਸਿੰਗ ਦੇ ਹੁਣੇ ਥੋੜ੍ਹੇ ਦਿਨ ਪਹਿਲਾਂ ਮਿਨਿਸਟਰ ਨੇ ਅਸਤੀਫਾ ਦਿੱਤਾ ਸੀ, ਉਹ ਸੀਗੇ ਹਰਸਿਮਰਤ ਕੌਰ ਬਾਦਲ। ਇਹਨਾਂ ਦੀ ਥਾਂ 'ਤੇ ਇਹਨਾਂ ਦਾ ਚਾਰਜ ਜਿਹੜਾ ਨਰਿੰਦਰ ਸਿੰਘ ਤੋਮਰ ਜਿਹੜੇ ਨੇ ਉਹਨਾਂ ਨੂੰ ਦਿੱਤਾ ਗਿਆ, ਐਗਰੀਕਲਚਰ ਮਿਨਿਸਟਰ ਨੇ, ਇਹ ਵੀ ਤੁਸੀਂ ਯਾਦ ਰੱਖਣਾ ਹੈ। ਅਤੇ ਇੰਡੀਆ ਦਾ ਜਿਹੜਾ ਪਹਿਲਾ ਜਿਹੜਾ ਫੂਡ ਪਾਰਕ ਸੀਗਾ, ਜਿਹੜਾ ਫੂਡ ਪ੍ਰੋਸੈਸਿੰਗ ਪਾਰਕ ਸੀ ਜਿਹੜਾ ਇੰਡੀਆ ਦਾ ਬਣਾਇਆ ਗਿਆ ਸੀਗਾ, ਉਹ ਕਿੱਥੇ ਬਣਾਇਆ ਸੀਗਾ, ਆਂਧਰਾ ਪ੍ਰਦੇਸ਼ ਦੇ ਚਿੱਤੂਰ ਜ਼ਿਲ੍ਹੇ ਦੇ ਵਿੱਚ, ਚਿੱਤੂਰ ਨਾਮ ਦੇ ਜ਼ਿਲ੍ਹੇ ਦੇ ਵਿੱਚ ਇਹ ਜਿਹੜਾ ਪਾਰਕ ਬਣਾਇਆ ਗਿਆ ਸੀਗਾ, ਠੀਕ ਹੈ ਜੀ, ਇਹ ਵੀ ਤੁਸੀਂ ਯਾਦ ਰੱਖਣਾ ਹੈ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਕੇਰਲਾ ਨੇ ਇੱਕ ਅਵਾਰਡ ਜਿੱਤਿਆ ਸੀ, ਇੰਡੀਆ ਹੈਲਥਗਿਰੀ ਅਵਾਰਡ ਇਹਨਾਂ ਨੇ ਜਿੱਤਿਆ ਸੀਗਾ, ਇਹ ਵੀ ਤੁਸੀਂ ਯਾਦ ਰੱਖਣਾ, ਇੰਡੀਆ ਹੈਲਥਗਿਰੀ ਟੂਡੇ ਅਵਾਰਡ, ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ ਹੈ। ਇਹਦੀ ਜਿਹੜੀ ਕੈਪੀਟਲ ਹੈਗੀ ਹੈ ਉਹ ਕਿਹੜੀ ਹੈ ਜੀ, ਥਿਰੂਵਿੰਤਰਮਪੁਰਮ ਜਿਹੜੀ ਇਹਦੀ ਰਾਜਧਾਨੀ ਹੈਗੀ ਹੈ, ਇਹ ਤੁਸੀਂ ਯਾਦ ਰੱਖਣਾ ਥਿਰੂਵਿੰਤਰਮਪੁਰਮ। ਅਤੇ ਇਸ ਤੋਂ ਬਾਅਦ ਜਿਹੜੇ ਇਹਦੇ CM ਤੁਹਾਨੂੰ ਮੈਂ ਦੱਸ ਦੇਵਾਂ, PN ਰਾਇਨ ਵਿਜਨ ਜਿਹੜੇ ਇਹਦੇ ਪਰਸਨ ਨੇ, ਇਹ ਤੁਸੀਂ ਯਾਦ ਰੱਖਣਾ, ਥੋੜ੍ਹਾ ਜਿਹਾ ਨਾਮ ਹੀ ਇੱਦਾਂ ਦਾ ਹੈ, ਪਿਨਰਾਈ ਵਿਜਨ ਜਿਹੜੇ ਨੇ, ਇਹਦੇ ਨਾਮ ਜਿਹੜੇ ਪਰਸਨ ਨੇ ਉਹ ਕਮਿਊਨਿਸਟ ਪਾਰਟੀ ਦੇ ਜਿਹੜੇ ਸਰਕਾਰ ਇੱਥੇ ਹੈਗੀ ਹੈ, ਇਹ ਤੁਸੀਂ ਯਾਦ ਰੱਖਣਾ ਹੈ। ਅਤੇ ਆਰਿਫ ਮੁਹੰਮਦ ਜਿਹੜੇ ਨੇ ਇੱਥੇ ਦੇ ਕੀ ਨੇ, ਗਵਰਨਰ ਨੇ, ਇਹ ਤੁਸੀਂ ਯਾਦ ਰੱਖਣਾ ਹੈ, ਠੀਕ ਹੈ ਜੀ। ਇਹਨਾਂ ਨੇ ਇੱਕ ਅਵਾਰਡ ਜਿੱਤਿਆ ਸੀਗਾ, ਪਾਟਾ ਨੈਸ਼ਨਲ ਅਵਾਰਡ, ਜਿਹੜਾ ਪਾਟਾ ਅਵਾਰਡ ਜਿੱਤਿਆ ਸੀਗਾ ਇੱਕ, ਯਾਦ ਰੱਖਿਆ ਜੀ, ਪਾਟਾ ਗ੍ਰੈਂਡ ਅਵਾਰਡ ਕੇਰਲਾ ਨੇ ਹੁਣੇ ਥੋੜ੍ਹੇ ਦਿਨ ਪਹਿਲਾਂ। ਅਤੇ ਡਿਸੀਜ਼ ਨੂੰ ਰੋਕਣ ਵਾਸਤੇ ਯੂਨਾਈਟਿਡ ਨੇਸ਼ਨ ਨੋਨ ਕਮਿਊਨੀਕੇਬਲ ਡਿਸੀਜ਼ ਨੂੰ ਪ੍ਰੀਵੈਂਸ਼ਨ ਵਾਸਤੇ ਰੋਕਣ ਵਾਸਤੇ ਉਹਨਾਂ ਨੇ UN ਜਿਹੜਾ ਅਵਾਰਡ ਹੈ 2020 ਇਹ ਵੀ ਕੇਰਲਾ ਨੇ ਜਿੱਤਿਆ ਸੀਗਾ, ਇਹ ਵੀ ਯਾਦ ਰੱਖਣਾ ਹੈ, ਠੀਕ ਹੈ ਜੀ। ਇਹਨਾਂ ਦੀ ਜਿਹੜੀ ਹੈਲਥ ਮਿਨਿਸਟਰ ਹੈ, ਉਹ ਹੈਲਥ ਮਿਨਿਸਟਰ ਨੇ ਜਿਹੜੀ ਯਾਦ ਰੱਖਣਾ ਹੈ
ਕੇ ਸ਼ੈਲਜਾ ਜਿਹੜੀ ਇਹਦੀ ਪਰਸਨ ਜਿਹੜੀ ਹੈਲਥ ਮਿਨਿਸਟਰ ਹੈ ਉਸ ਦਾ ਨਾਮ ਤੁਸੀਂ ਜ਼ਰੂਰ ਯਾਦ ਰੱਖਣਾ, ਠੀਕ ਹੈ ਜੀ। ਇਹ ਤੁਹਾਨੂੰ ਪੁੱਛਿਆ ਜਾ ਸਕਦਾ ਪੇਪਰਾਂ ਦੇ ਵਿੱਚ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਫਸਟ ਵੂਮੈਨ ਚੀਫ ਜਸਟਿਸ ਆਫ ਵਿਚ ਸਟੇਟ ਕੇ ਊਸ਼ਾ ਪਾਸ ਹੋਵੇ। ਕੇ ਊਸ਼ਾ ਕਿੱਥੋਂ ਦੇ ਉਸ ਦਾ ਹਾਈ ਕੋਰਟ ਦੇ ਪਹਿਲੇ ਲੇਡੀ ਚੀਫ ਜਸਟਿਸ ਸੀਗੇ, ਜਿਨ੍ਹਾਂ ਦੀ ਹੁਣੇ ਥੋੜ੍ਹੇ ਦਿਨ ਪਹਿਲਾਂ ਡੈਥ ਹੋ ਗਈ ਹੈ। ਅਤੇ ਇਹ ਲੇਡੀ ਚੀਫ ਜਸਟਿਸ ਜਿਹੜੇ ਹੈਗੇ ਸੀਗੇ ਹਾਈ ਕੋਰਟ ਦੇ ਵਿੱਚ, ਕਿਹੜੀ ਸਟੇਟ ਦੀ ਹਾਈ ਕੋਰਟ ਹੈ, ਅਤੇ ਇਹ ਜਿਹੜੀ ਹੈਗੀ ਸੀ ਕੇਰਲਾ ਸਟੇਟ, ਠੀਕ ਹੈ ਜੀ, ਕੇਰਲਾ ਦੇ ਵਿੱਚ। ਅਤੇ ਇਹ ਤੁਸੀਂ ਯਾਦ ਰੱਖਣਾ ਹੈ, ਅਤੇ ਇਹਨਾਂ ਦਾ ਕੇ ਊਸ਼ਾ ਦਾ ਨਾਮ ਯਾਦ ਰੱਖ ਲਓ। ਉਸ ਤੋਂ ਬਾਅਦ ਕੇਰਲਾ ਸਟੇਟ ਦੇ ਬਾਰੇ ਹੁਣ ਮੈਂ ਤੁਹਾਨੂੰ ਸਾਰੀ ਇਨਫੋਰਮੇਸ਼ਨ ਪਹਿਲਾਂ ਹੀ ਦੱਸ ਚੁੱਕਿਆ। ਅਤੇ ਉਸ ਤੋਂ ਬਾਅਦ ਇਹ ਯਾਦ ਰੱਖਣਾ ਕਿ ਕੇਰਲਾ ਹਾਈ ਕੋਰਟ ਦਾ ਜਿਹੜਾ ਕੁਐਸਚਨ ਤੁਹਾਨੂੰ ਆ ਸਕਦਾ ਹਾਈ ਕੋਰਟ ਦੇ ਵਿੱਚ, ਇੱਕ ਤਾਂ ਇਸ ਦੇ ਜਿਹੜਾ ਤੱਟ ਹੁੰਦਾ ਕੇਰਲਾ ਦਾ ਜਿਹੜਾ ਤੱਟ ਹੈ, ਇਸ ਨੂੰ ਆਪਾਂ ਬੋਲਦੇ ਹਾਂ ਜੀ ਮਾਲਾਬਾਰ ਤੱਟ। ਅਤੇ ਮਾਲਾਬਾਰ ਤੱਟ ਦੇ ਵਿੱਚ ਇੱਕ ਐਕਸਰਸਾਈਜ਼ ਹੁੰਦੀ ਹੈ ਜਾਪਾਨ, USA ਅਤੇ ਇੰਡੀਆ ਦੀ ਇੱਕ ਮਿਲਟਰੀ ਐਕਸਰਸਾਈਜ਼ ਹੁੰਦੀ ਹੈ, ਇਹ ਵੀ ਤੁਸੀਂ ਯਾਦ ਰੱਖਣਾ ਹੈ। ਅਤੇ ਯਾਦ ਰੱਖਿਆ ਪਹਿਲੀ ਜਿਹੜੀ ਮਾਨਸੂਨ ਜਦੋਂ ਆਉਂਦਾ ਅਤੇ ਪਹਿਲੀ ਜਿਹੜੀ ਆਰਮ ਵਰਸ਼ਾ ਜਿਹੜੀ ਹੁੰਦੀ ਹੈ, ਜਿਹੜੇ ਆਮ ਜਿਹੜੇ ਹੁੰਦੇ ਨੇ ਅੰਬ ਜਿਹੜੇ ਜਿਹਨੂੰ ਆਪਾਂ ਕਹਿੰਦੇ ਹਾਂ, ਉਹਨਾਂ ਵਾਸਤੇ ਜਿਹੜੀ ਸਭ ਤੋਂ ਪਹਿਲੀ ਜਿਹੜੀ ਬਾਰਿਸ਼ ਮਾਨਸੂਨ ਦੀ ਉਹ ਇੱਥੇ ਮਾਲਾਬਾਰ ਤੱਟ ਦੇ ਉੱਪਰ ਪੈਂਦੀ ਹੈ। ਇਹ ਤੁਸੀਂ ਯਾਦ ਰੱਖਣਾ, ਠੀਕ ਹੈ ਜੀ। ਇਹ ਮੇਨ ਕਰਕੇ ਤੁਸੀਂ ਇਹ ਗੱਲ ਯਾਦ ਰੱਖਣੀ ਹੈ, ਇਹ ਪੇਪਰਾਂ ਦੇ ਵਿੱਚ ਬੜੀ ਵਾਰੀ ਪੁੱਛਿਆ ਗਿਆ ਪੇਪਰਾਂ ਦੇ ਵਿੱਚ ਕੁਐਸਚਨ, ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਗੱਲ ਕਰੀਏ, ਅਤੇ ਜਿਹੜਾ ਮੇਨ ਕੁਐਸਚਨ ਦੱਸਾਂਗੇ ਉਹ ਤਾਂ ਦੱਸਿਆ ਹੀ ਨਹੀਂ। ਦੇਖੋ ਜੀ, ਜਿਹੜੇ ਇਸ ਦੇ ਨਾਲ ਤੁਸੀਂ ਦੇਖੋਗੇ ਕੇਰਲਾ ਅਤੇ ਇੱਥੇ ਹੈਗੇ ਲਕਸ਼ਦੀਪ ਹੈਗਾ। ਇੱਥੇ ਜਿਹੜੇ ਲੋਕ ਨੇ ਉਹ ਕਿਹੜੀ ਹਾਈ ਕੋਰਟ ਦੇ ਵਿੱਚ ਜਾਂਦੇ ਨੇ, ਇਹ ਕੇਰਲਾ ਹਾਈ ਕੋਰਟ ਦੇ ਵਿੱਚ ਜਾਂਦੇ ਨੇ, ਇਹ ਤੁਸੀਂ ਯਾਦ ਰੱਖਣਾ ਹੈ। ਅਤੇ ਲਕਸ਼ਦੀਪ ਅਤੇ ਕੇਰਲਾ ਦੀ ਜਿਹੜੀ ਲੈਂਗੁਏਜ ਹੈ ਉਹ ਹੈ ਮਲਿਆਲਮ, ਠੀਕ ਹੈ ਜੀ। ਮਲਿਆਲਮ ਜਿਹੜੀ ਲੈਂਗੁਏਜ ਹੈ, ਇਹ 'ਤੇ ਮੋਹਨੀ ਅੱਟਮ ਇਹਦਾ ਡਾਂਸ ਹੈ, ਮੋਹਨੀ ਅੱਟਮ। ਅਤੇ ਇੱਥੇ ਓਨਮ ਇੱਕ ਤਿਉਹਾਰ ਮਨਾਇਆ ਜਾਂਦਾ, ਇਹ ਵੀ ਤੁਸੀਂ ਯਾਦ ਰੱਖਣਾ, ਓਨਮ ਇਹ ਤਿਉਹਾਰ ਮਨਾਇਆ ਜਾਂਦਾ ਇੱਥੇ। ਉਸ ਤੋਂ ਬਾਅਦ ਰੀਸੈਂਟਲੀ ਵਿਚ ਸਟੇਟ ਮੇਕ ਦਾ ਫਸਟ ਸਟੇਟ ਟੂ ਪ੍ਰੋਵਾਈਡ ਦਾ ਹਰ ਘਰ ਜਲ ਪਰਿਯੋਜਨਾ। ਦੇਖੋ ਜੀ, ਪਿੰਡਾਂ ਦੇ ਸਾਰੇ ਰੂਰਲ ਏਰੀਆ ਦੇ ਵਿੱਚ ਕੀ ਹੈ ਜੀ, ਹਰ ਘਰ ਨੂੰ ਇੱਕ ਕਨੈਕਸ਼ਨ ਦਿੱਤਾ ਗਿਆ ਪਾਣੀ ਦੇ ਪੀਣ ਵਾਸਤੇ, ਠੀਕ ਹੈ ਜੀ। ਘੱਟੋ ਘੱਟ 3 ਲੱਖ ਕਨੈਕਸ਼ਨ ਜਿਹੜੇ ਨੇ ਉਸ ਸਟੇਟ ਨੇ ਵੰਡੇ ਨੇ, ਜਿਸ ਦੇ ਵਿੱਚ ਹਰ ਘਰ ਜਿਹੜਾ ਪਿੰਡਾਂ ਦੇ ਵਿੱਚ ਜਿਹੜਾ ਉਹ ਪਹਿਲਾ ਸਟੇਟ ਬਣ ਚੁੱਕਿਆ। ਇਹ ਸਟੇਟ ਦਾ ਜਿਹੜਾ ਨਾਮ ਹੈ ਉਹ ਕਿਹੜੀ ਸਟੇਟ ਹੈ, ਇਹ ਹੈਗੀ ਹੈ ਗੋਆ ਸਟੇਟ, ਠੀਕ ਹੈ ਜੀ। ਗੋਆ ਸਟੇਟ ਪ੍ਰਮੋਦ ਸਾਵੰਤ ਜਿਹੜੇ ਕੀ ਨੇ ਇਹਦੇ CM ਨੇ, ਇਹ ਯਾਦ ਰੱਖਣੇ ਨੇ। ਅਤੇ ਇੱਥੇ ਦੇ ਜਿਹੜੇ ਸਤਿਆਪਾਲ ਮਲਿਕ ਸੀਗੇ ਉਹ ਮੇਘਾਲਿਆ ਦੇ ਗਵਰਨਰ ਬਣ ਚੁੱਕੇ ਨੇ। ਇੱਥੇ ਹੁਣ ਭਗਤ ਸਿੰਘ ਕੇਸ਼ੋਰੀ ਨੂੰ ਅਲੱਗ ਚਾਰਜ ਦਿੱਤਾ ਗਿਆ ਹੈ, ਮਹਾਰਾਸ਼ਟਰ ਦੇ ਜਿਹੜੇ ਗਵਰਨਰ ਨੇ, ਠੀਕ ਹੈ ਜੀ। ਇਹਦੀ ਰਾਜਧਾਨੀ ਜਿਹੜੀ ਹੈਗੀ ਹੈ ਪਣਜੀ, ਉਹ ਹੈਗੀ ਹੈ ਮਾਂਡਵੀ ਨਦੀ ਦੇ ਕੰਢੇ 'ਤੇ, ਠੀਕ ਹੈ ਜੀ। ਇਹ ਤੁਸੀਂ ਮੇਨ ਗੱਲ ਕਰਕੇ ਯਾਦ ਰੱਖਣੀ ਹੈ। ਗੋਆ ਨੂੰ ਆਪਾਂ 1961 ਦੇ ਵਿੱਚ ਆਜ਼ਾਦ ਕਰਵਾਇਆ ਸੀ ਪੁਰਤਗਾਲੀਆਂ ਤੋਂ, ਇਹ ਤੁਸੀਂ ਯਾਦ ਰੱਖਣਾ ਹੈ। ਸਭ ਤੋਂ ਪਹਿਲਾਂ ਆਏ ਵੀ ਪੁਰਤਗਾਲ ਵਾਲੇ ਸੀਗੇ, ਅਤੇ ਉਸ ਤੋਂ ਬਾਅਦ ਲਾਸਟ ਦੇ ਵਿੱਚ ਜਾਣ ਵਾਲੇ ਵੀ ਪੁਰਤਗਾਲ ਸੀਗੇ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ ਹੈ। ਅਤੇ ਗੋਆ ਨੂੰ ਆਜ਼ਾਦ ਕਰਨ ਵਾਸਤੇ ਆਪਾਂ ਨੂੰ ਕੀ ਕਰਨਾ ਪਿਆ ਸੀਗਾ, ਡਾਇਰੈਕਟ ਪੁਲਿਸ ਐਕਸ਼ਨ ਦੇ ਥਰੂ ਆਪਾਂ ਨੂੰ ਇਸ ਨੂੰ ਆਜ਼ਾਦ ਕਰਵਾਉਣਾ ਪਿਆ ਸੀਗਾ, ਇਹ ਵੀ ਤੁਸੀਂ ਯਾਦ ਰੱਖਣਾ ਹੈ। ਇਹ ਮੇਨਲੀ ਯਾਦ ਰੱਖਿਆ ਜੀ, ਠੀਕ ਹੈ ਜੀ। ਅਤੇ ਸਭ ਤੋਂ ਛੋਟੀ ਕੋਸਟ ਲਾਈਨ ਕਿਹੜੇ ਸਟੇਟ ਦੀ ਹੈ, ਸਭ ਤੋਂ ਛੋਟੀ ਜਿਹੜੀ ਪਾਣੀ ਦੀ ਬਾਉਂਡਰੀ ਹੈ ਉਹ ਕਿਹੜੇ ਸਟੇਟ ਦੀ ਹੈ, ਅਤੇ ਇਹ ਹੈਗੀ ਹੈ ਗੋਆ ਦੀ, ਠੀਕ ਹੈ ਜੀ। ਸਭ ਤੋਂ ਵੱਡੀ ਗੁਜਰਾਤ ਦੀ ਹੈਗੀ ਹੈ, ਇਹ ਯਾਦ ਰੱਖਣਾ ਹੈ। ਅਤੇ ਜਿਹੜਾ ਮੇਨ ਤੁਹਾਨੂੰ ਕੁਐਸਚਨ ਇਹਦੇ ਬਾਰੇ ਜਿਹੜਾ ਪੁੱਛਿਆ ਜਾ ਸਕਦਾ ਹੈ। ਉਸ ਤੋਂ ਬਾਅਦ ਆਈ ਹੋਪ ਕਿ ਤੁਹਾਨੂੰ ਇਹ ਸਾਰਾ ਕੁਐਸਚਨ ਸਮਝ ਆ ਗਿਆ ਹੋਵੇਗਾ। ਅਤੇ ਗੋਆ ਨੂੰ ਏਰੀਆ ਵਾਈਜ਼ ਵੀ ਸਭ ਤੋਂ ਛੋਟਾ ਸਟੇਟ ਬੋਲਦੇ ਹਾਂ ਆਪਾਂ, ਠੀਕ ਹੈ ਜੀ। ਇੱਥੇ ਦੇ ਇੱਕ ਪਰਸਨ ਸੀਗੇ ਜਿਹੜੇ ਮਿਨਿਸਟਰ ਸੀਗੇ ਸਾਡੇ, ਮਨੋਹਰ ਪਾਰੀਕਰ ਸਾਡੇ ਡਿਫੈਂਸ ਮਿਨਿਸਟਰ ਸੀਗੇ, ਬਹੁਤ ਹੀ ਵਧੀਆ ਮਿਨਿਸਟਰ ਸੀਗੇ। ਉਹਨਾਂ ਦੀ ਡੈਥ ਹੋ ਗਈ ਸੀ ਪਿਛਲੇ ਸਾਲ, ਅਤੇ ਇਹ ਵੀ ਤੁਸੀਂ ਯਾਦ ਰੱਖਣਾ ਹੈ। ਵਿਚ ਸਟੇਟ ਗੌਰਮੈਂਟ ਹੈਜ਼ ਸਟਾਰਟਡ ਦਾ ਜਗਨਨਾਥ ਵਿਦਿਆ ਕਨੁਕਾ ਸਕੀਮ। ਜਗਨਨਾਥ ਵਿਦਿਆ ਕਨੁਕਾ ਜਿਹੜੀ ਸਕੀਮ ਹੈ, ਉਹ ਜਿਹੜੀ ਸਕੀਮ ਕਿਹੜੀ ਸਟੇਟ ਦੇ ਵਿੱਚ ਲਾਂਚ ਕੀਤੀ ਗਈ ਹੈ, ਉਹ ਹੈਗੀ ਹੈ ਜੀ ਆਂਧਰਾ ਪ੍ਰਦੇਸ਼ ਦੇ ਵਿੱਚ। ਆਂਧਰਾ ਪ੍ਰਦੇਸ਼ ਦੇ ਬਾਰੇ ਮੈਂ ਪੂਰੀ ਡਿਟੇਲ ਦੇ ਵਿੱਚ ਤੁਹਾਨੂੰ ਪਿਛਲੇ ਪ੍ਰੀਵੀਅਸ ਲੈਕਚਰ ਦੇ ਵਿੱਚ ਸਾਰਾ ਕੁਝ ਦੱਸਿਆ ਸੀਗਾ ਤੁਹਾਨੂੰ। ਇੱਥੇ ਜੀ ਵਿਸ਼ਾਖਾਪਟਨਮ ਇੱਕ ਜਿਹੜੀ ਅਮਰਾਵਤੀ ਸਾਡੀ ਕੀ ਹੈ ਜੀ ਇਹਦੀ 3 ਕੈਪੀਟਲ ਨੇ। ਲੈਜਿਸਲੇਟਿਵ ਕੈਪੀਟਲ ਅਮਰਾਵਤੀ ਹੈ, ਅਤੇ ਵਿਸ਼ਾਖਾਪਟਨਮ ਜਿਹੜਾ ਸੀਗਾ ਇਹਦਾ ਜਿਹੜਾ ਦੱਸਿਆ ਸੀਗਾ ਮੈਂ ਤੁਹਾਨੂੰ, ਇਹਦੀਆਂ ਐਡਮਿਨਿਸਟ੍ਰੇਟਿਵ ਜਿਹੜੀ ਕੈਪੀਟਲ ਹੈਗੀ ਹੈ, ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਇਹਦੀਆਂ ਮੈਂ ਸਾਰਾ ਕੁਝ ਤੁਹਾਨੂੰ ਡਿਟੇਲ ਦੇ ਵਿੱਚ ਦੱਸ ਚੁੱਕਿਆ। ਅਤੇ ਇਹ ਜਿਹੜੀ ਸਕੀਮ ਦੇ ਬਾਰੇ ਮੇਨਲੀ ਸੁਣ ਲਓ, ਕਿਉਂਕਿ ਮੈਂ ਉੱਥੇ ਬੜੀਆਂ ਸਕੀਮਾਂ ਤੁਹਾਨੂੰ ਲਿਖਵਾਈਆਂ ਸੀ। ਪਲੀਜ਼ ਉਹ ਵੀਡੀਓ ਜਾ ਕੇ ਜ਼ਰੂਰ ਦੇਖਣਾ ਅਤੇ ਉਸ ਨੂੰ ਨੋਟ ਕਰ ਲੈਣਾ। ਅਤੇ ਜਗਨਨਾਥ ਵਿਦਿਆ ਕਨੁਕਾ ਜਿਹੜੀ ਸਕੀਮ ਹੈ, ਇਸ ਦੇ ਵਿੱਚ 1 ਤੋਂ ਲੈ ਕੇ 10ਵੀਂ ਤੱਕ ਦੇ ਜਿਹੜੇ ਗੌਰਮੈਂਟ ਸਕੂਲ ਨੇ ਆਂਧਰਾ ਪ੍ਰਦੇਸ਼ ਦੇ ਵਿੱਚ, ਉਹਨਾਂ ਸਾਰਿਆਂ ਨੂੰ ਜਿਹੜਾ ਹੈ ਕਿੱਟ ਦਿੱਤੀ ਜਾਵੇਗੀ, ਜਿਸ ਦੇ ਵਿੱਚ ਕੀ ਹੋਏਗਾ, ਸਾਰੀਆਂ ਚੀਜ਼ਾਂ, ਯੂਨੀਫਾਰਮ, ਸ਼ੂਜ਼, ਕਿਤਾਬਾਂ, ਤਾਂ ਕਿ ਜਿਹੜੇ ਗਰੀਬ ਜਿਹੜੇ ਸਕੂਲ ਦੇ ਬੱਚੇ ਨੇ ਉਹ ਆਪਣੇ ਅੱਛੇ ਸਟੱਡੀ ਦੇ ਲੈਵਲ ਨੂੰ ਅਚੀਵ ਕਰ ਸਕਣ, ਠੀਕ ਹੈ ਜੀ। ਇਹਦੇ ਜਿਹੜੇ
ਇਹਦੇ ਪੁੱਛਿਆ ਜਾ ਸਕਦਾ ਕਿ YRS ਜਿਹੜੇ ਜਗਨ ਮੋਹਨ ਰੈਡੀ ਜਿਹੜੇ ਵੈਸੇ ਤਾਂ ਇਹਦੇ CM ਨੇ, ਤੇ ਪਦਮ ਸ਼੍ਰੀ ਜਿਹੜੇ ਹਰੀਸ਼ ਚੰਦਨ ਜਿਹੜੇ ਹੈਗੇ ਨੇ ਉਹ ਇਹਦੇ ਕੀ ਨੇ, ਵਿਭੂਸ਼ਣ ਹਰੀਸ਼ ਚੰਦਨ ਜਿਹੜੇ ਇਹਦੇ ਗਵਰਨਰ ਨੇ। ਇਹ ਤੁਸੀਂ ਯਾਦ ਰੱਖਣਾ ਹੈ, ਠੀਕ ਹੈ ਜੀ। ਇਹ ਤੁਸੀਂ ਮੇਨਲੀ ਇਹਦਾ ਕਰਕੇ ਯਾਦ ਰੱਖਣਾ ਹੈ। ਤੇ ਅਮਰਾਵਤੀ ਜਿਹੜੀ ਇਹਦੀ ਕੈਪੀਟਲ ਹੈਗੀ ਹੈ ਉਹ ਅਮਰਾਵਤੀ ਨਦੀ ਦੇ ਉੱਪਰ ਹੀ ਹੈ। ਇਸ ਨੂੰ ਸਮਾਰਟ ਸਿਟੀ ਜਿਹੜਾ ਹੈ ਉਹ ਸਿੰਗਾਪੁਰ ਜਿਹੜਾ ਦੇਸ਼ ਹੈ ਉਹ ਬਣਾ ਰਿਹਾ ਇਸ ਨੂੰ, ਇਹ ਤੁਸੀਂ ਨੋਟ ਕਰ ਲੈਣਾ, ਠੀਕ ਹੈ ਜੀ। ਤੇ ਇਹਦੇ ਵਿੱਚ ਬੜੀਆਂ YRS ਜਲ ਕਲਾ ਜਿਹੜੀ ਸਕੀਮ ਹੈ, ਮੈਂ ਕਾਫੀ ਸਕੀਮਾਂ ਤੁਹਾਨੂੰ YRS ਜਿਹੜਾ ਮੈਂ ਤੁਹਾਨੂੰ ਦੱਸਿਆ ਸੀਗਾ, ਨੇਸਤਮ ਜਿਹੜੀ ਸਕੀਮ ਹੈ, ਇਹ ਕਾफ़ੀ ਚੀਜ਼ਾਂ ਮੈਂ YRS ਦੇ ਨਾਮ ਤੋਂ ਦੱਸੀਆਂ ਸੀ, ਉਹ ਸਾਰੀਆਂ ਹੁਣ ਇੱਥੇ ਰਿਪੀਟ ਕਰੂੰਗਾ ਬਾਰ-ਬਾਰ, ਲੈਕਚਰ ਵੱਡਾ ਹੋਏਗਾ, ਉਸਦਾ ਕੋਈ ਬੈਨੀਫਿਟ ਨਹੀਂ ਹੈਗਾ, ਠੀਕ ਹੈ ਜੀ। ਇਹ ਤੁਸੀਂ ਉੱਥੇ ਜਾ ਕੇ ਨੋਟ ਜ਼ਰੂਰ ਕਰ ਲੈਣਾ। ਤੇ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਨੈਕਸਟ ਕੁਐਸਚਨ ਦੇ ਉੱਪਰ, ਵਿਚ ਸਟੇਟ ਗਵਰਨਮੈਂਟ ਹੈਜ਼ ਸਟਾਰਟ ਦਾ ਚੀਫ ਮਿਨਿਸਟਰ ਸੋਲਰ ਸੈਲਫ ਇੰਪਲੋਇਮੈਂਟ ਸਕੀਮ। ਸੋਲਰ ਸੈਲਫ ਇਹ ਕੀ ਹੈ ਜੀ, ਆਪਣੀ ਉਸ ਸਟੇਟ ਦੇ ਵਿੱਚ ਜਿਹੜੀ ਉਹ ਸਟੇਟ ਹੈ ਉਸ ਦੇ ਵਿੱਚ ਜਿਹੜੇ ਮੁੱਖ ਮੰਤਰੀ ਦੇ ਦੁਆਰਾ ਇੱਕ ਜਿਹੜੀ ਸਕੀਮ ਲਾਂਚ ਕੀਤੀ ਗਈ ਹੈ, ਮੁੱਖ ਮੰਤਰੀ ਸਵਰੋਜ਼ਗਾਰ ਯੋਜਨਾ। ਇਹਦੇ ਵਿੱਚ ਜਿਹੜੇ ਯੁਵਾ ਹੋਣਗੇ ਉਹਨਾਂ ਨੂੰ, ਤੇ ਜਿਹੜੇ ਪ੍ਰਵਾਸੀ ਭਾਰਤੀ ਜਿਹੜੇ ਆਪਣੀ ਜੌਬ ਛੱਡ ਕੇ ਆਏ ਨੇ ਉਹਨਾਂ ਸਾਰਿਆਂ ਨੂੰ ਜਿਹੜਾ ਕੀ ਹੈ ਜੀ ਫਾਇਦਾ ਪਹੁੰਚਾਉਣ ਵਾਸਤੇ ਇਹ ਜਿਹੜੀ ਸਕੀਮ ਹੈ ਸਟੇਟ ਦੇ ਦੁਆਰਾ ਲਾਂਚ ਕੀਤੀ ਗਈ ਹੈ। ਇਹਦੇ ਵਿੱਚ 25 ਕਿਲੋਵਾਟ ਦਾ ਜਿਹੜਾ ਆਪਣਾ ਫਾਇਦਾ ਜਿਹੜਾ ਹੈ ਉਹ ਦਿੱਤਾ ਜਾਏਗਾ। ਤੇ ਇਹ ਜਿਹੜੀ ਸਕੀਮ ਹੈ ਕਿਹਦੇ ਦੁਆਰਾ ਸਟਾਰਟ ਕੀਤੀ ਗਈ ਜੀ, ਤਾਂ ਇਹ ਜਿਹੜੀ ਸਕੀਮ ਲਾਂਚ ਕੀਤੀ ਗਈ ਹੈ ਜੀ ਉੱਤਰਾਖੰਡ ਦੀ ਸਰਕਾਰ ਦੇ ਦੁਆਰਾ। ਇੱਥੇ ਜਿਹੜੇ CM ਨੇ ਤ੍ਰਿਵੇਂਦਰ ਸਿੰਘ ਰਾਵਤ ਦੇ ਦੁਆਰਾ ਇਸ ਜਿਹੜੀ ਸਕੀਮ ਹੈ ਲਾਂਚ ਕੀਤੀ ਗਈ ਹੈ। ਤੇ ਬੇਬੀ ਰਾਣੀ ਮੌਰਿਆ ਜਿਹੜੇ ਇਹਦੇ ਗਵਰਨਰ ਨੇ, ਇਹਦੀ ਕੈਪੀਟਲ ਹੈਗੀ ਹੈ ਦੇਹਰਾਦੂਨ, ਉਹ ਵਿੰਟਰ ਕੈਪੀਟਲ ਹੈਗੀ ਹੈ, ਯਾਦ ਰੱਖਣਾ। ਇਹਦੀ ਵੀ 2 ਕੈਪੀਟਲ ਹੈਗੀਆਂ ਨੇ, ਉੱਤਰਾਖੰਡ ਦੀਆਂ 2 ਕੈਪੀਟਲ ਹੈਗੀਆਂ ਨੇ। ਤੇ ਇੱਕ ਤਾਂ ਗੈਰਸੈਨ ਜਿਹੜੀ ਇਹਨਾਂ ਨੇ ਇੱਕ ਨਵੀਂ ਕੈਪੀਟਲ ਬਣਾਈ ਹੈ ਉਹ ਹੈਗੀ ਹੈ ਸਮਰ ਕੈਪੀਟਲ। ਤੇ ਉਸ ਤੋਂ ਬਾਅਦ ਜਿਹੜੀ ਦੇਹਰਾਦੂਨ ਇੰਡੀਅਨ ਫੋਰੈਸਟ ਡਿਪਾਰਟਮੈਂਟ ਦਾ ਇੱਥੇ ਕੀ ਹੈ ਸਾਡਾ ਆਰਗੇਨਾਈਜੇਸ਼ਨ ਦਾ ਹੈੱਡਕੁਆਟਰ ਵੀ ਹੈਗਾ, ਇਹ ਵੀ ਤੁਸੀਂ ਯਾਦ ਰੱਖਣਾ, ਠੀਕ ਹੈ ਜੀ। ਤੇ ਇੱਥੇ ਉੱਤਰਾਖੰਡ ਨੇ ਇੱਕ ਹੋਪ ਪੋਰਟਲ ਲਾਂਚ ਕੀਤਾ ਸੀ ਸਟੂਡੈਂਟ ਦੀ ਹੈਲਪ ਵਾਸਤੇ, ਐਨੀਵੇਅਰ ਹੈਲਪ ਵਾਸਤੇ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ ਹੈ। ਉਸ ਤੋਂ ਬਾਅਦ ਫਸਟ ਗਲਾਸ ਬ੍ਰਿਜ ਇੱਥੇ ਬਣੇਗਾ, ਇੰਡੀਆ ਦਾ ਪਹਿਲਾ ਪ੍ਰੋਪਰਲੀ ਗਲਾਸ ਬ੍ਰਿਜ ਜਿਹੜਾ ਬਣਨ ਵਾਲਾ ਹੈ ਰਿਸ਼ੀਕੇਸ਼ ਦੇ ਵਿੱਚ, ਠੀਕ ਹੈ ਜੀ। ਇਹ ਵੀ ਤੁਸੀਂ ਯਾਦ ਰੱਖਣਾ ਹੈ। ਫਸਟ ਲਾਈਕੇਨ ਪਾਰਕ ਇੱਥੇ ਬਣੇਗਾ, ਉਹ ਮੈਂ ਸਾਰਾ ਤੁਹਾਨੂੰ ਉੱਤਰਾਖੰਡ ਦੇ ਬਾਰੇ ਵੀ ਮੈਂ ਪ੍ਰੀਵੀਅਸ ਲੈਕਚਰ ਦੇ ਵਿੱਚ ਦੱਸ ਚੁੱਕਿਆ, ਉਹਦੇ ਵਿੱਚ ਕਾਫੀ ਚੀਜ਼ਾਂ ਤੁਹਾਨੂੰ ਉੱਥੇ ਵੀ ਮੈਂ ਦੱਸੀਆਂ ਸੀਗੀਆਂ, ਪਲੀਜ਼ ਉੱਥੇ ਜਾ ਕੇ ਤੁਸੀਂ ਜ਼ਰੂਰ ਵੇਖ ਲਓ, ਠੀਕ ਹੈ ਜੀ। ਸਵੱਛ ਭਾਰਤ ਅਭਿਆਨ ਵਾਸਤੇ ਜਿਹੜਾ ਇਹਨਾਂ ਨੇ ਆਪਣਾ ਅੰਬੈਸਡਰ ਬਣਾਇਆ ਉਹ ਕਿਹਨਾਂ ਨੂੰ ਬਣਾਇਆ, ਅਕਸ਼ੇ ਕੁਮਾਰ ਨੂੰ ਬਣਾਇਆ, ਤੇ ਇਹ ਵੀ ਤੁਸੀਂ ਨੋਟ ਕਰਕੇ ਰੱਖਣਾ। ਐਂਟੀ ਡਰੱਗ ਵਾਸਤੇ ਇਹਨਾਂ ਨੇ ਆਪਣਾ ਅੰਬੈਸਡਰ ਸੰਜੇ ਦੱਤ ਨੂੰ ਬਣਾਇਆ, ਇਹ ਵੀ ਤੁਸੀਂ, ਮੈਂ ਇਹ ਸਾਰਾ ਚੀਜ਼ਾਂ ਮੈਂ ਤੁਹਾਨੂੰ ਇੱਥੇ ਦੱਸ ਚੁੱਕਿਆ, ਬਾਰ-ਬਾਰ ਰਿਪੀਟ ਕਰਨੀਆਂ ਪੈ ਰਹੀਆਂ ਨੇ ਮੈਨੂੰ, ਠੀਕ ਹੈ ਜੀ। ਤੇ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਵੈਨ ਵਾਜ਼ ਦਾ ਵਰਲਡ ਮਾਈਗ੍ਰੇਟਰੀ ਡੇ ਇਜ਼ ਸੈਲੀਬ੍ਰੇਟਡ। ਮਾਈਗ੍ਰੇਟਰੀ ਡੇ ਜਿਹੜਾ ਹੈ ਉਹ ਕਦੋਂ ਮਨਾਇਆ ਜਾਂਦਾ ਹੈ, ਇਹਦੇ ਵਿੱਚ ਜਿਹੜਾ ਵਰਲਡ ਬਰਡ ਮਾਈਗ੍ਰੇਟਰੀ ਡੇ, ਵਰਲਡ ਪਕਸ਼ੀ ਦਿਵਸ ਜਿਹੜਾ ਹੈ, ਵਿਸ਼ਵ ਪ੍ਰਵਾਸੀ ਪਕਸ਼ੀ ਦਿਵਸ ਜਿਹੜਾ ਇਹ ਮਨਾਇਆ ਜਾਂਦਾ ਜੀ 1 ਸਾਲ ਦੇ ਵਿੱਚ 2 ਵਾਰ। ਪਹਿਲੀ ਤਾਂ ਇਹ ਸੁਣ ਲਓ, ਇੱਕ ਤਾਂ 9 ਮਈ ਨੂੰ ਮਨਾਇਆ ਜਾਂਦਾ, ਇੱਕ 10 ਅਕਤੂਬਰ ਨੂੰ ਮਨਾਇਆ ਜਾਂਦਾ, ਠੀਕ ਹੈ ਜੀ। ਇਹ 2 ਦਿਨਾਂ ਦੇ ਵਿੱਚ ਮਨਾਇਆ ਜਾਂਦਾ। ਤੇ ਇਹਦੀ ਇੱਕ ਹੁਣ ਇਸ ਸਾਲ ਜਿਹੜੀ ਥੀਮ ਰੱਖੀ ਗਈ ਹੈ ਉਹ ਹੈਗੀ ਹੈ ਬਰਡਸ ਕਨੈਕਟ ਆਵਰ ਵਰਲਡ। ਇਹਦੇ ਵਿੱਚ ਤੁਹਾਨੂੰ ਮੈਂ ਦੱਸਿਆ ਜਿਵੇਂ ਸਾਂਬਰ ਲੇਖ ਦੇ ਉੱਪਰ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਆਇਆ ਕਿ ਇੱਥੇ ਮਾਈਗ੍ਰੇਟ ਹੋ ਕੇ ਬਰਡ ਟਰੈਵਲ ਕਰਦੇ ਰਹਿੰਦੇ ਨੇ ਇੱਕ ਦੇਸ਼ ਤੋਂ ਦੂਜੇ ਦੇਸ਼ ਦੇ ਵਿੱਚ। ਤੇ ਇਹਦੀ ਥੀਮ ਇੱਕ ਵਾਰ ਫੇਰ ਸੁਣ ਲਓ, ਬਰਡ ਕਨੈਕਟ ਆਵਰ ਵਰਲਡ, ਠੀਕ ਹੈ ਜੀ। ਇਹ ਤੁਸੀਂ ਨੋਟ ਕਰ ਲਓ। ਉਸ ਤੋਂ ਬਾਅਦ ਹਾਂਜੀ ਸਟੂਡੈਂਟ, ਇਸੇ ਦਿਨ ਨੂੰ ਜਿਹੜਾ 10 ਅਕਤੂਬਰ ਜਿਹੜਾ ਡੇ ਹੈ ਇਸ ਨੂੰ ਆਪਾਂ ਵਰਲਡ ਮੈਂਟਲ ਹੈਲਥ ਡੇ ਵੀ ਮਨਾਇਆ ਜਾਂਦਾ ਹੈ, ਵਰਲਡ ਮੈਂਟਲ ਹੈਲਥ ਡੇ। ਇਹਦੀ ਥੀਮ ਥੋੜੀ ਜਿਹੀ ਬਹੁਤ ਲੰਬੀ ਹੈ, ਤੁਸੀਂ ਇਸ ਨੂੰ ਥੋੜਾ ਜਿਹਾ ਜਾ ਕੇ ਗੂਗਲ ਤੇ ਜ਼ਰੂਰ ਸਰਚ ਕਰਨਾ, ਵੈਸੇ ਮੈਂ ਇੱਥੇ ਤੁਹਾਨੂੰ ਦੱਸ ਰਿਹਾ। ਮੈਂਟਲ ਹੈਲਥ ਫॉर ਆਲ ਗ੍ਰੇਟਰ ਇਨਵੈਸਟਮੈਂਟ, ਦੇਖੋ ਮੈਂਟਲ ਹੈਲਥ ਫॉर ਆਲ ਗ੍ਰੇਟਰ ਇਨਵੈਸਟਮੈਂਟ ਗ੍ਰੇਟਰ ਐਕਸੈਸ, ਠੀਕ ਹੈ ਜੀ। ਇਹਦੀ ਤੁਸੀਂ ਥੀਮ ਜ਼ਰੂਰ ਜਾ ਕੇ ਪੜ੍ਹਨਾ, ਕਿਉਂਕਿ ਇਸ ਤਰ੍ਹਾਂ ਦੇ ਡੇ ਤੁਹਾਨੂੰ ਬੜੀ ਵਾਰੀ ਪੇਪਰਾਂ 'ਚ ਵੇਖਣ ਨੂੰ ਮਿਲਣਗੇ। 8 ਅਕਤੂਬਰ ਨੂੰ ਅਸੀਂ 에ਅਰਫੋਰਸ ਡੇ ਮਨਾਇਆ ਸੀਗਾ, 5 ਅਕਤੂਬਰ ਨੂੰ ਵਰਲਡ ਟੀਚਰ ਡੇ ਮਨਾਇਆ ਸੀਗਾ, ਠੀਕ ਹੈ ਜੀ। ਇਹ ਤੁਹਾਨੂੰ ਮੈਂ ਦੱਸ ਚੁੱਕਿਆ। 1 ਅਕਤੂਬਰ ਨੂੰ ਸਾਡਾ ਜਿਹੜਾ ਡੇ ਸੀਗਾ ਵਰਲਡ ਵੈਜੀਟੇਰੀਅਨ, ਵਰਲਡ 올ਡਰ ਪਰਸਨ ਡੇ ਤੇ ਵਰਲਡ ਕਾਫੀ ਡੇ, ਇਹ ਆਪਾਂ ਸਾਰਾ ਇਹ ਡੇ 3-4 ਡੇ ਮਨਾ ਚੁੱਕੇ ਹਾਂ, ਇਹ ਤੁਸੀਂ ਸਾਰੇ ਨੋਟ ਕਰ ਲੈਣਾ। ਆਈ ਹੋਪ ਕਿ ਤੁਹਾਨੂੰ ਸਾਰਿਆਂ ਨੂੰ ਸਮਝ ਆ ਰਿਹਾ ਹੋਵੇਗਾ। ਉਸ ਤੋਂ ਬਾਅਦ ਲਾਸਟ ਕੁਐਸਚਨ ਇਸ ਦਾ, ਹੂ ਹੈਜ਼ ਬੀਨ ਵੋਨ ਦਾ ਵੂਮੈਨ ਸਿੰਗਲ ਟਾਈਟਲ ਫ੍ਰੈਂਚ ਓਪਨ 2020। ਹੁਣ ਇਸ ਸਾਲ ਦਾ ਜਿਹੜਾ ਫ੍ਰੈਂਚ ਓਪਨ ਹੋਇਆ ਹੈ ਉਸ ਨੂੰ ਜਿੱਤਣ ਵਾਲੇ ਪਰਸਨ ਦਾ ਨਾਮ ਦੱਸ ਦਿਓ। ਇਹ 4 ਜਿਹੜੀ ਲੇਡੀਜ਼ ਹੈਗੀਆਂ ਨੇ ਉਹਨਾਂ ਦੇ ਵਿੱਚੋਂ ਜਿਹੜੀ
ਐਵਾ ਸਵਾਤਿਕ ਜਿਹੜੀ ਪਰਸਨ ਹੈ ਪੋਲੈਂਡ ਦੀ, ਇੱਕ 16 ਸਾਲ ਦੀ ਕੁੜੀ ਹੈ। ਇਸ ਗਰਲਸ ਨੇ ਕੀ ਕੀਤਾ ਜੀ, ਸੋਫੀਆ ਕੈਨਿਨ ਜਿਹੜੀ USA ਦੀ ਪਲੇਅਰ ਹੈ ਉਸ ਨੂੰ ਰਨਰ ਅਪ ਦੇ ਵਿੱਚ ਰਹੀਆਂ ਨੇ, ਇਹਨੂੰ ਫਾਈਨਲ ਦੇ ਵਿੱਚ ਇਹਨੂੰ ਹਰਾ ਦਿੱਤਾ ਹੈ। ਅਤੇ ਇਹ ਪੋਲੈਂਡ ਦੀ ਪਹਿਲੀ ਪਲੇਅਰ ਨੇ ਜਿਨ੍ਹਾਂ ਨੇ ਇਹ ਜਿਹੜਾ ਪਹਿਲਾ ਗ੍ਰੈਂਡ ਸਲੈਮ ਜਿੱਤਿਆ ਸਿਰਫ 16 ਸਾਲ ਦੀ ਏਜ ਦੇ ਵਿੱਚ। ਠੀਕ ਹੈ ਜੀ, ਸੋਫੀਆ ਕੈਨਿਨ ਜਿਨ੍ਹਾਂ ਨੇ ਆਸਟ੍ਰੇਲੀਅਨ ਓਪਨ ਜਿੱਤਿਆ ਸੀਗਾ, ਇਹ ਵੀ ਤੁਸੀਂ ਯਾਦ ਰੱਖਣਾ ਹੈ। ਹਜੇ US ਓਪਨ ਜਿਹੜਾ ਹੋਣਾ ਹੈ ਇਹ ਤਾਂ ਯਾਦ ਰੱਖਣਾ ਤੁਸੀਂ। ਅਤੇ ਪਹਿਲਾਂ ਜਿਹੜਾ ਇਸ ਸਾਲ ਜਿਹੜਾ ਵਿੰਬਲਡਨ ਇਹ ਟੂਰਨਾਮੈਂਟ ਜਿਹੜਾ ਟੈਨਿਸ ਦਾ ਟੂਰਨਾਮੈਂਟ ਹੈ ਇਹ ਨਹੀਂ ਹੋਇਆ ਸੀਗਾ, ਅਤੇ ਇਹ ਤੁਸੀਂ ਨੋਟ ਕਰ ਲੈਣਾ। ਠੀਕ ਹੈ ਜੀ। ਅਤੇ ਇਸ ਦੇ ਬਾਅਦ ਆਪਾਂ ਗੱਲ ਕਰੀਏ ਜਿਹੜੀ ਪੋਲੈਂਡ, ਜਿਹੜਾ ਜੇ ਪੋਲੈਂਡ ਤੋਂ ਹੈਗੀ ਤਾਂ ਇਹਦੀ ਜਿਹੜੀ ਰਾਜਧਾਨੀ ਹੈ ਵਾਰਸ਼ਾ ਇਹਦੀ ਰਾਜਧਾਨੀ ਹੈ, ਇਹ ਤੁਸੀਂ ਯਾਦ ਰੱਖਣਾ ਹੈ। ਇਹ ਪੂਰੇ ਪੋਲੈਂਡ ਦੀ ਫਸਟ ਪਲੇਅਰ ਬਣੀ ਹੈ ਇਸ ਤਰ੍ਹਾਂ ਦੀ ਛੋਟੀ ਏਜ ਦੇ ਵਿੱਚ ਗ੍ਰੈਂਡ ਸਲੈਮ ਜਿੱਤਣ ਵਾਲੀ, ਅਤੇ ਇਹ ਵੀ ਯਾਦ ਰੱਖਣੀ ਪੂਰੇ ਵਰਲਡ ਦੇ ਵਿੱਚ ਵੀ। ਠੀਕ ਹੈ ਜੀ, ਅਤੇ ਇਹ ਤੁਸੀਂ ਯਾਦ ਰੱਖਣਾ। ਅਤੇ ਜਿਹੜਾ US ਓਪਨ ਹੈ, US ਓਪਨ ਜਿਹੜਾ ਪਿੱਛੇ ਹੋ ਕੇ ਜਿਹੜਾ ਹਟਿਆ ਉਸ ਦੇ ਵਿੱਚ ਨੋਆਮੀ ਓਸਾਕਾ ਜਿਹੜੀ ਜਾਪਾਨ ਦੀ ਪਲੇਅਰ ਹੈ, ਇਸ ਨੂੰ ਯਾਦ ਰੱਖਣਾ, ਇਹਨਾਂ ਨੇ ਇਹ ਜਿੱਤਿਆ ਸੀਗਾ। ਅਤੇ ਇਹ ਜਿਹੜਾ ਸਭ ਤੋਂ ਹਾਈਐਸਟ ਪੇਡ ਸਪੋਰਟਸ ਪਲੇਅਰ ਵੀ ਫੋਰਬਸ ਦੀ ਲਿਸਟ ਦੇ ਵਿੱਚ ਇਹਨਾਂ ਦਾ ਨਾਮ ਆਇਆ, ਇਹ ਵੀ ਤੁਸੀਂ ਯਾਦ ਰੱਖਣਾ। ਜਾਪਾਨ ਦੀ ਪਲੇਅਰ ਨੇ ਟੈਨਿਸ ਦੀ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਿਆ ਜੀ। ਅਤੇ ਉਸ ਤੋਂ ਬਾਅਦ ਆਪਾਂ ਗੱਲ ਕਰੀਏ, ਥੈਂਕ ਯੂ। ਹੁਣ ਇਹ ਤੁਹਾਡੇ 2 ਦਿਨਾਂ ਦੇ ਜਿਹੜੇ ਕਰੰਟ ਅਫੇਅਰ ਸੀ ਮੈਂ ਕਵਰ ਕਰ ਦਿੱਤੇ ਨੇ। ਥੈਂਕ ਯੂ ਫॉर ਵਾਚਿੰਗ ਮਾਈ ਲੈਕਚਰਸ। ਪਲੀਜ਼ ਇੱਥੇ ਲਾਈਕ ਜ਼ਰੂਰ ਕਰ ਦੇਣਾ, ਸ਼ੇਅਰ ਵੀ ਕਰ ਦੇਣਾ, ਸਬਸਕ੍ਰਾਈਬ ਕਰਨਾ ਚੈਨਲ ਨੂੰ CBC ਐਗਜ਼ਾਮ ਗੁਰੂ। ਅਤੇ ਉਸ ਤੋਂ ਬਾਅਦ ਤੁਸੀਂ ਕਿਸੇ ਵੀ ਪਲੇਟਫਾਰਮ ਦੇ ਉੱਪਰ ਇਹਨੂੰ ਸ਼ੇਅਰ ਕਰ ਸਕਦੇ ਹੋ ਜੇ ਤੁਹਾਨੂੰ ਇਹ ਵਧੀਆ ਲੱਗੇ। ਪਰ ਜਿਹੜੇ ਕੁਐਸਚਨ ਮੈਂ ਤੁਹਾਨੂੰ ਪੁੱਛੇ ਨੇ ਉਹਨੂੰ ਤੁਸੀਂ ਜਾ ਕੇ ਮੈਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ। ਕੱਲ੍ਹ ਦੇ ਲਈ ਲੈਕਚਰਾਂ ਦੇ ਵਿੱਚ ਮਿਲਦੇ ਹਾਂ ਆਪਾਂ। ਹੈਪੀ ਲਰਨਿੰਗ ਟੂ ਆਲ।